ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੀ ਇਕੱਤਰਤਾ ਦੇ ਵਿੱਚ ਸਭ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਇਕੱਤਰ ਹੋਏ ਆ। ਵਾਹਿਗੁਰੂ ਜੀ ਨੇ ਆਪਾਂ ਨੂੰ ਫਿਰ ਸੰਗਤ ਦਾ ਜਿਹੜਾ ਸੁਭਾਗਾ ਸਮਾਂ ਬਖਸ਼ਿਆ। ਸੋ ਆਓ ਹੁਣ ਹਰ ਰੋਜ਼ ਦੀ ਤਰ੍ਹਾਂ ਜਪ ਦੇ ਨਾਲ ਜੁੜਨਾ ਕਰਦੇ ਆ ਜੀ। ਸਾਰਿਆਂ ਨੂੰ ਬੇਨਤੀ ਕਿ ਆਪਣੇ ਘਰ ਦੇ ਵਿੱਚ ਜਿੱਥੇ ਵੀ ਅਸੀਂ ਬੈਠੇ ਹਾਂ ਉੱਥੇ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਜਪ ਦੇ ਨਾਲ ਜ਼ਰੂਰ ਜੁੜਨਾ ਕਰੀਏ। ਜਪ ਦੀ ਸੇਵਾ ਲੈ ਰਹੇ ਨੇ ਪ੍ਰਭਦੀਪ ਸਿੰਘ ਜੀ, ਫਿਰੋਜ਼ਪੁਰ ਜ਼ੋਨ ਤੋਂ, EPP ਨੰਬਰ 11553 ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੇਟਾ ਪ੍ਰਭਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ। ਕਿਹੜੀ ਕਲਾਸ ਤੁਹਾਡੀ? ਮੈਮ 6th। ਬੜੀ ਆਵਾਜ਼ ਹੈ ਤੇ ਠੀਕ ਹੈ ਬੇਟਾ ਜੀ, ਬੜੀ ਪਿਆਰੀ ਆਵਾਜ਼ ਹੈ। ਪਹਿਲੀ ਵਾਰ ਆਇਆ ਜਾਪ? ਹਾਂਜੀ, ਬਹੁਤ ਵਧੀਆ। ਸੋ ਹਾਂਜੀ ਬੇਟਾ, ਜਿਵੇਂ ਸਹਿਜ ਦੇ ਨਾਲ ਆਪਾਂ ਬੋਲਦੇ ਆ ਨਾ, ਅਜੂਨੀ ਸੈਭੰ, ਇਹ ਸ਼ਬਦ ਦੋਨੋਂ ਅਲੱਗ-ਅਲੱਗ ਹੈ। ਅਸੀਂ ਹਰ ਵਾਰੀ ਤਕਰੀਬਨ ਦੱਸਦੇ ਜਿਹੜੇ ਬੱਚੇ ਇਕੱਠਾ ਬੋਲਦੇ ਆ। ਸੋ ਆਪਾਂ ਜਿਵੇਂ ਨਿਰਭਉ ਨਿਰਵੈਰ ਇਹ ਦੋ ਸ਼ਬਦ ਅਲੱਗ-ਅਲੱਗ ਬੋਲਦੇ ਆ, ਇਸੇ ਤਰ੍ਹਾਂ ਅਜੂਨੀ ਸੈਭੰ ਇਹ ਵੀ ਅਲੱਗ-ਅਲੱਗ ਸ਼ਬਦ ਬੋਲਦੇ ਆ, ਹਨਾ। ਸੋ ਅੱਗੇ ਤੋਂ ਆਪਾਂ ਧਿਆਨ ਰੱਖਣਾ ਸਿੱਖਣਾ ਹੈ। ਬਹੁਤ ਵਧੀਆ ਜੀ। ਹੁਣ ਕੀਰਤਨ ਦਾ ਆਨੰਦ ਮਾਣਦੇ ਆ ਜੀ। ਅੱਜ ਦੇ ਕੀਰਤਨ ਦੀ ਸੇਵਾ ਹੈ ਬਲਜਿੰਦਰ ਕੌਰ ਜੀ, EPP ਨੰਬਰ 11971 ਜਲੰਧਰ ਤੋਂ। ਅਮਰਜੋਤ ਕੌਰ ਜੀ 11972 ਜਲੰਧਰ ਤੋਂ। ਦੋਨੇ ਬੱਚੀਆਂ ਕੀਰਤਨ ਦੇ ਨਾਲ ਆਪਾਂ ਨੂੰ ਜੋੜਨਗੇ ਜੀ। ਵਾਹਿਗੁਰੂ ਜੀ, ਆਵਾਜ਼ ਆ ਰਹੀ ਹੈ? ਆ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪ ਜੀ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸ਼ਬਦ ਸਰਵਣ ਕਰਵਾਉਣ ਜਾ ਰਹੇ ਹਾਂ ਜੀ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਆਓ ਜੀ ਸਾਰੇ ਸਰਵਣ ਕਰੀਏ ਜੀ।
बट भागी पाया, ऐसा गुरु बट भागी पाया, ऐसा गुरु बट भागी पाया। सिमर मना राम नाम चितारे, सिमर मना राम नाम चितारे, सिमर मना राम नाम चितारे, बस रह हृदय, हाँ बस रह हृदय गुरु चरण प्यारे, बस रह हृदय, हाँ बस रह हृदय गुरु चरण प्यारे, ऐसा गुरु 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 बट भागी पाया, ऐसा गुरु बट भागी पाया, ऐसा गुरु बट भागी पाया, ऐसा गुरु बट भागी पाया। काम करो लोभ मोह मद लीना, काम करो लोभ मोह मद लीना, काम करो लोभ मोह मद लीना, बंधन काट, हाँ बंधन काट मुक्त गुरु कीना, बंधन काट, हाँ बंधन काट मुक्त गुरु कीना, ऐसा गुरु 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 बट भागी पाया, ऐसा गुरु बट भागी पाया, ऐसा गुरु बट भागी पाया, ऐसा गुरु बट भागी पाया। दुख सुख कारत जन्म पुन मोआ, दुख सुख कारत जन्म पुन मोआ, दुख सुख कारत जन्म पुन मोआ, चरण कमल, हाँ चरण कमल गुरु आश्रम दिया, चरण कमल, हाँ चरण कमल गुरु आश्रम दिया, ऐसा गुरु 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 बट भागी पाया, ऐसा गुरु बट भागी पाया, ऐसा गुरु बट भागी पाया, ऐसा गुरु बट भागी पाया। आगन सागर मूरत संसारा, आगन सागर मूरत संसारा, आगन सागर मूरत संसारा, नानक बाप, हाँ नानक बाप
ऐसा गुरु 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 बट भागी पाया 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 भूले मार्ग जिने है बताया भूले मार्ग जिने है बताया ऐसा गुरु 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 बट भागी पाया 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 वाहिगुरु जी का खालसा वाहिगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਬਲਜਿੰਦਰ ਕੌਰ ਜੀ, ਅਮਰਜੋਤ ਕੌਰ ਜੀ। ਸੱਚਮੁੱਚ ਆਨੰਦ ਆ ਗਿਆ ਵਾਹਿਗੁਰੂ ਜੀ। ਅੱਜ ਅਸੀਂ ਹੁਣ ਤਕਰੀਬਨ 450 ਦੇ ਕਰੀਬ ਹੈ ਜਿਹੜੇ ਉਹ ਮੈਂਬਰ ਪਰਿਵਾਰ ਜੁੜੇ ਹੋਏ ਆ। ਸੋ ਸਾਰਿਆਂ ਨੂੰ ਆਨੰਦ ਆਇਆ ਹੋਵੇਗਾ। ਸੱਚਮੁੱਚ ਕਿੰਨੀ ਪਿਆਰੀ ਆਵਾਜ਼ ਦੇ ਵਿੱਚ ਕੀਰਤਨ ਸਰਵਣ ਕਰਵਾਇਆ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੱਜ 146 ਦਿਨ ਹੋ ਗਏ ਆ ਕਿ ਅਸੀਂ ਹਰ ਰੋਜ਼ ਆਨੰਦ ਮਾਣਦੇ ਆ, ਕੀਰਤਨ ਸੁਣਦੇ ਆ, ਸਤਿਗੁਰ ਜੀ ਦੀ ਸਿਫਤ ਸਲਾਹ ਦੇ ਵਿੱਚ ਜੁੜਦੇ ਆ। ਕਦੇ ਕੋਈ ਵਿਸ਼ਾ ਆਉਂਦਾ ਹੈ, ਕਦੇ ਕੋਈ ਵਿਸ਼ਾ ਆਉਂਦਾ ਹੈ। ਸਤਿਗੁਰ ਦੀ ਕਿਰਪਾ ਸਦਕਾ ਭਾਈ ਦਿਲਵਾਗ ਸਿੰਘ ਜੀ ਬਲੇਰ ਸਾਡੇ ਨਾਲ ਜੁੜੇ ਹੋਏ ਹਨ ਤੇ ਉਹਨਾਂ ਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੇਨਤੀ ਹੈ ਕਿ ਉਹ ਆਪਣਾ ਵਿਚਾਰ ਹੈ ਵਡਮੁੱਲੇ ਸਾਡੇ ਨਾਲ ਸਾਰਿਆਂ ਨਾਲ ਸਾਂਝੇ ਕਰਨਗੇ ਜੀ। ਸਵਾਗਤ ਹੈ ਉਹਨਾਂ ਦਾ, ਭਾਈ ਦਿਲਵਾਗ ਸਿੰਘ ਜੀ ਬਲੇਰ। ਸੋ ਬੇਨਤੀ ਹੈ ਉਹਨਾਂ ਨੂੰ ਕਿ ਉਹ ਆਪਣਾ ਵਿਸ਼ਾ ਲੈਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਫਤਿਹ ਅਰਜ ਕਰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ, ਮੇਰੀ ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਜੀ। ਅੱਛਾ, ਵਾਹਿਗੁਰੂ ਜੀ। ਆਪਾਂ ਸਾਰੇ ਬੜੇ ਪਿਆਰ ਨਾਲ ਗੁਰਬਾਣੀ ਦਾ ਆਨੰਦ ਮਾਣ ਰਹੇ ਸੀ। ਮੈਂ ਸਰਵਣ ਕਰ ਰਿਹਾ ਸੀ ਬੱਚਿਆਂ ਦੇ ਕੋਲੋਂ। ਸੋ ਸੱਚੇ ਪਾਤਸ਼ਾਹ ਹਜ਼ੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ। ਇਸੇ ਤਰ੍ਹਾਂ ਇਹ ਗੁਰਮਤਿ ਦਾ ਪ੍ਰਚਾਰ ਪ੍ਰਸਾਰ, ਆਪਸੀ ਪ੍ਰੇਮ ਪਿਆਰ, ਸਤਿਗੁਰ ਦੀ ਇਹ ਦਾਤ ਸਾਡੇ ਵਿੱਚ ਬਖਸ਼ਿਸ਼ ਹੁੰਦੀ ਰਵੇ। ਜੋ ਆਪ ਜੀਆਂ ਦੇ ਵੱਲੋਂ, ਸਾਰੀ ਸੰਗਤ ਵੱਲੋਂ, ਬੱਚਿਆਂ ਵੱਲੋਂ, ਪ੍ਰਬੰਧਕਾਂ ਦੇ ਵੱਲੋਂ ਦਾਸ ਨੂੰ ਹੁਕਮ ਹੋਇਆ ਹੈ ਕਿ ਆਪ ਜੀਆਂ ਸਾਰਿਆਂ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬੜੀ ਪਿਆਰੀ ਪਵਿੱਤਰ ਉਚਾਰਨ ਕੀਤੀ ਹੋਈ ਬਾਣੀ ਸਹਿਸਕ੍ਰਿਤੀ, ਜੋ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੈ, ਉਸ ਦਾ 40 ਨੰਬਰ ਜਿਹੜਾ ਸ਼ਲੋਕ ਹੈ, ਉਸ ਦੀ ਵਿਆਖਿਆ ਸੰਗਤ ਜੀ ਆਪਾਂ ਆਪਸ ਵਿੱਚ ਪਿਆਰੇ ਬੱਚਿਓ ਸਾਂਝ ਕਰਾਂਗੇ। ਸੋ ਪਹਿਲਾਂ ਆਪਾਂ ਇਸ ਦਾ ਬੜੇ ਅਦਬ ਸਤਿਕਾਰ ਦੇ ਨਾਲ ਆਪਸ ਵਿੱਚ ਪਾਠ ਸਰਵਣ ਕਰਦੇ ਹਾਂ। ਮੰਤਰੰ ਰਾਮ ਰਾਮ ਨਾਮੰ ਧਿਆਨ ਸਰਬਤਰ ਪੂਰਨ ਹੈ ਗਿਆਨ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ ਦਇਆਲੰ ਸਰਬਤਰ ਜੀਆ ਪੰਚ ਦੋਖ ਬਿਵਰਜਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸੰ ਸਮ ਮਿੱਤਰ ਸਤਰਹਾ ਭਗਵੰਤ ਭਗਤ ਪਾਵਨੀ ਪਰ ਨਿੰਦਾ ਨਹਿ ਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਨੁ ਕਹੈ ਖਟ ਲਖਨ ਪੂਰਨ ਪੁਰਖਾ
ਨਾਨਕ ਨਾਮ ਸਾਧ ਸਵਜਨ ਹੈ। ਸੋ ਪਿਆਰੇ ਬੱਚਿਓ, ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ ਵਿੱਚ ਜਿਹੜੇ ਭਾਵ ਅਰਥ ਸਾਡੇ ਸਾਰਿਆਂ ਦੇ ਨਾਲ ਜੋ ਮਨੁੱਖਤਾ ਦੇ ਭਲੇ ਵਾਸਤੇ ਹਜ਼ੂਰ ਉਪਦੇਸ਼ ਕਰ ਰਹੇ ਨੇ, ਸਾਨੂੰ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਇਹਦੇ ਵਿੱਚ ਸਿੱਖਿਆ ਹੈ, ਜੋ ਸਤਿਗੁਰ ਨੇ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ, ਉਹ ਹੈ ਕਿ ਪੂਰਨ ਮਨੁੱਖ ਜਿਹੜਾ ਹੈ, ਜਿਹੜਾ ਸੰਪੂਰਨ ਮਨੁੱਖ ਹੈ, ਜਿਹੜਾ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਗਿਆ ਹੈ, ਜਿਸ ਦੇ ਉੱਪਰ ਸੰਪੂਰਨ ਅਕਾਲ ਪੁਰਖ ਜੀ ਦੀ ਬਖਸ਼ਿਸ਼ ਹੋ ਗਈ ਹੈ, ਉਸ ਦੀਆਂ ਨਿਸ਼ਾਨੀਆਂ ਕੀ ਨੇ, ਉਸ ਦੀ ਪਛਾਣ ਕੀ ਹੈ। ਸੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸਿੱਖਾਂ ਨੇ ਬੈਠ ਕੇ ਬੜੇ ਪਿਆਰ ਨਾਲ ਸਵਾਲ ਕੀਤਾ ਹੈ ਕਿ ਦਾਤਾ ਜੀ ਸਾਨੂੰ ਦੱਸੋ ਕਿ ਜਿਹੜਾ ਰੱਬ ਜੀ ਦੇ ਨਾਲ, ਵਾਹਿਗੁਰੂ ਜੀ ਦੇ ਨਾਲ ਜੁੜਿਆ ਹੋਇਆ ਮਨੁੱਖ ਹੈ, ਜਿਹਨੂੰ ਕ੍ਰੋਧ ਨਹੀਂ ਆਉਂਦਾ, ਜਿਹਨੂੰ ਅਹੰਕਾਰ ਨਹੀਂ ਆਉਂਦਾ, ਜਿਹਨੂੰ ਵਕਾਰ ਨਹੀਂ ਤੰਗ ਕਰਦੇ, ਜਿਹੜਾ ਬੰਦੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਝੂਠ ਫਰੇਬ ਨਹੀਂ ਹੈ, ਉਹ ਮਨੁੱਖ ਕਿਸ ਤਰ੍ਹਾਂ ਦਾ ਹੈ, ਉਸ ਦੀ ਨਿਸ਼ਾਨੀਆਂ ਕੀ ਨੇ, ਉਹਦੇ ਲੱਛਣ ਕੀ ਨੇ। ਮਤਲਬ ਕਿ ਰੱਬ ਪਰਮਾਤਮਾ ਜੀ ਨਾਲ ਜੁੜੇ ਹੋਏ ਬੰਦੇ ਦੀ ਪਛਾਣ ਕਿਵੇਂ ਹੋਵੇ, ਕਿਵੇਂ ਪਤਾ ਲੱਗੇ ਕਿ ਮਨੁੱਖ ਇਹ ਰੱਬ ਵਰਗਾ ਹੈ। ਵੈਸੇ ਤਾਂ ਆਪਾਂ ਸਾਰੇ ਬੱਚਿਓ ਇਹ ਦੇਖਦੇ ਹਾਂ ਰੋਜ਼ ਕਿ ਬੰਦੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਇਹ ਮਨੁੱਖ ਧਰਮੀ ਹੈ ਕਿ ਇਹ ਅਧਰਮੀ ਹੈ, ਇਹ ਮਨੁੱਖ ਪਾਪੀ ਹੈ ਕਿ ਇਹ ਮਨੁੱਖ ਪੁੰਨੀ ਹੈ, ਇਹ ਮਨੁੱਖ ਪਰਮਾਤਮਾ ਦੇ ਨੇੜੇ ਹੈ ਕਿ ਪਰਮਾਤਮਾ ਤੋਂ ਦੂਰ ਹੈ। ਕਿਸੇ ਮਨੁੱਖ ਦੇ ਦੁਨੀਆ ਦੇ ਅੰਦਰ ਪਹਿਰਾਵੇ ਦਾ ਕਰਕੇ ਨਹੀਂ ਪਤਾ ਲੱਗਦਾ, ਉਸਦੇ ਸਰੀਰ ਦੇ ਉੱਪਰ ਕਿਸੇ ਮੱਥੇ ਤੇ ਅੰਗ ਤੇ ਨਹੀਂ ਲਿਖਿਆ ਹੁੰਦਾ। ਸਿਰਫ ਗੁਰਬਾਣੀ ਕੀ ਕਹਿੰਦੀ ਹੈ ਸਾਨੂੰ ਬੱਚਿਓ ਕਿ ਮਨੁੱਖ ਦੀਆਂ ਕਰਮਾਂ ਤੋਂ, ਉਹਦੇ ਸੁਭਾਅ ਤੋਂ, ਉਹਦਿਆਂ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਇਹ ਪਰਮਾਤਮਾ ਵਰਗਾ ਹੈ। ਜਦੋਂ ਆਪਾਂ ਇਹ ਪਛਾਣ ਕਰ ਲੈਂਦੇ, ਉਹਦੇ ਕੰਮ ਜਿਹੜੇ ਨੇ ਪਰਮਾਤਮਾ ਵਰਗੇ ਨੇ, ਤੇ ਪਤਾ ਲੱਗ ਜਾਂਦਾ ਹੈ ਕਿ ਮਨੁੱਖ ਰੱਬ ਜੀ ਦੇ ਨਾਲ ਜੁੜਿਆ ਹੋਇਆ ਹੈ। ਸੋ ਇਹੀ ਗੱਲ ਗੁਰੂ ਅਰਜਨ ਸਾਹਿਬ ਜੀ ਫਿਰ ਸਾਨੂੰ ਇੱਥੇ ਸਰਵਣ ਕਰਵਾ ਰਹੇ ਨੇ। ਕਹਿੰਦੇ ਪਹਿਲਾ ਗੁਣ ਕੀ ਹੈ ਰੱਬ ਜੀ ਦੇ ਨਾਲ ਜੁੜੇ ਹੋਏ, ਪਰਮਾਤਮਾ ਨਾਲ ਜੁੜੇ ਹੋਏ ਮਨੁੱਖ ਦਾ? ਮੰਤਰੰ ਰਾਮ ਰਾਮ ਨਾਮੰ ਧਿਆਨ ਸਰਬੱਤਰ ਪੂਰਨ ਹੈ। ਹਜ਼ੂਰ ਕਹਿਣ ਲੱਗੇ ਕਿ ਪਹਿਲਾ ਉਹਦੀ ਨਿਸ਼ਾਨੀ ਇਹ ਹੈ ਮਨੁੱਖ ਦੀ, ਜਿਹੜਾ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ, ਕਿ ਉਹ ਆਪਣੀ ਜ਼ੁਬਾਨ ਤੋਂ, ਆਪਣੀ ਜੀਭ ਤੋਂ, ਆਪਣੀ ਰਸਨਾ ਤੋਂ ਪ੍ਰਮਾਤਮਾ ਦਾ ਨਾਮ ਜਪਦਾ ਹੈ। ਤੇ ਇਕੱਲਾ ਨਾਮ ਨਹੀਂ ਜਪਦਾ, ਜਿਹੜੀ ਪ੍ਰਮਾਤਮਾ ਦੀ ਕਿਰਤ ਹੈ, ਕਾਦਰ ਦੀ ਜਿਹੜੀ ਕੁਦਰਤ ਹੈ, ਉਸ ਨੂੰ ਸਾਰੀ ਨੂੰ ਪਿਆਰ ਕਰਦਾ ਹੈ। ਪਿਆਰ ਕਰਨ ਤੋਂ ਭਾਵ ਹੈ ਕਿ ਉਸ ਦੇ ਵਿੱਚ ਪ੍ਰਮਾਤਮਾ ਨੂੰ ਦੇਖਦਾ ਹੈ, ਪ੍ਰਮਾਤਮਾ ਨੂੰ ਉਹਦੀ ਕਿਰਤ ਦੇ ਵਿੱਚੋਂ ਦੇਖਦਾ ਹੈ ਕਿ ਇਹ ਸਾਰੀ ਕਾਇਨਾਤ, ਸਾਰਾ ਸੰਸਾਰ, ਸਾਰੀ ਮਨੁੱਖਤਾ, ਮਾਨਵਤਾ ਉਸ ਪ੍ਰਮਾਤਮਾ ਦੀ ਰਚੀ ਹੋਈ ਹੈ। ਉਹਦੀ ਕੁਦਰਤ ਨੂੰ ਵੇਖ ਕੇ ਹੀ ਕਰਤੇ ਦੇ ਨਾਲ ਉਹਦਾ ਸਿਮਰਨ ਕਰਦਾ ਹੈ, ਭਾਵ ਉਹਦਾ ਅਹਿਸਾਸ ਰੱਖਦਾ ਹੈ। ਰਾਮ ਦਾ ਨਾਮ ਜਪਣ ਤੋਂ ਭਾਵ ਕੀ ਹੈ ਬੱਚਿਓ? ਕਿ ਪ੍ਰਮਾਤਮਾ ਦੀ ਕਿਰਤ ਨਾਲ ਪਿਆਰ ਕਰਨਾ, ਪ੍ਰਮਾਤਮਾ ਦੀ ਕਿਰਤ ਨੂੰ ਵੇਖ ਕੇ, ਉਹਦੀ ਰਚਨਾ ਨੂੰ ਵੇਖ ਕੇ, ਕੁਦਰਤ ਨੂੰ ਵੇਖ ਕੇ ਉਹਦਾ ਅਹਿਸਾਸ ਰੱਖਣਾ ਮਨ ਦੇ ਵਿੱਚ। ਸੋ ਗੁਰੂ ਸਾਹਿਬ ਕਹਿ ਰਹੇ ਨੇ ਮੰਤਰੰ ਰਾਮ ਰਾਮ ਨਾਮੰ ਧਿਆਨ ਸਰਬੱਤਰ ਪੂਰਨ ਹੈ। ਪਹਿਲੀ ਨਿਸ਼ਾਨੀ ਇਹ ਹੈ। 6 ਨਿਸ਼ਾਨੀਆਂ ਦੱਸੀਆਂ ਨੇ ਗੁਰੂ ਅਰਜਨ ਸਾਹਿਬ ਜੀ ਨੇ। ਕਹਿਣ ਲੱਗੇ ਉਹਦੀ ਜ਼ੁਬਾਨ ਤੋਂ ਵਾਹਿਗੁਰੂ ਦਾ ਨਾਮ ਨਿਕਲਦਾ ਹੈ। ਰਾਮ ਦਾ ਅਰਥ ਹੈ ਰਮੇ ਹੋਏ ਪ੍ਰਮਾਤਮਾ ਦਾ। ਫਿਰ ਕਹਿਣ ਲੱਗੇ ਉਹਦਾ ਧਿਆਨ ਜਿਹੜਾ ਹੈ ਸਾਰਿਆਂ ਦੇ ਲਈ ਬਰਾਬਰ ਹੁੰਦਾ ਹੈ। ਉਹ ਸੁਰਤ ਇਸ ਤਰ੍ਹਾਂ ਆਪਣੀ ਜੋੜ ਕੇ ਰੱਖਦਾ ਹੈ ਕਿ ਸਾਰੀ ਕਿਰਤ ਨੂੰ ਦੇਖਦਿਆਂ ਦੇਖਦਿਆਂ ਉਹ ਕਹਿੰਦਾ ਹੈ ਕਿ ਇਹ ਪ੍ਰਮਾਤਮਾ ਦੀ ਰਚਨਾ ਹੈ, ਤੇ ਕਿਰਤ ਦੇ ਵਿੱਚੋਂ ਪ੍ਰਮਾਤਮਾ ਦਾ ਅਹਿਸਾਸ ਰੱਖਦਾ ਹੈ, ਉਹਨੂੰ ਫੀਲ ਕਰਦਾ ਹੈ। ਫਿਰ ਦੂਸਰਾ ਲੱਛਣ ਗੁਰੂ ਸਾਹਿਬ ਨੇ ਦੱਸਿਆ, ਕਹਿਣ ਲੱਗੇ ਗਿਆਨ ਸਮ ਦੁੱਖ ਸੁਖੰ। ਕਹਿਣ ਲੱਗੇ ਗਿਆਨ ਸੋਝੀ ਰੱਖਦਾ ਹੈ, ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਵੇਖਦਾ ਹੈ ਹਰ ਵੇਲੇ। ਪਰਮੇਸ਼ਰ ਜੀ ਦੇ ਨਾਲ ਜੁੜੇ ਹੋਏ ਬੰਦੇ ਦੀ ਇਹ ਵੀ ਨਿਸ਼ਾਨੀ ਹੈ ਇੱਕ। ਸਾਹਿਬ ਕਹਿਣ ਲੱਗੇ ਕਿ ਉਹਦੇ ਕੋਲ ਸੁੱਖ ਹੋਵੇ ਤਾਂ ਉਹ ਕਦੇ ਆਕੜ ਵਿੱਚ ਨਹੀਂ ਆਉਂਦਾ, ਸੁੱਖ ਹੋਵੇ ਤਾਂ ਕਦੇ ਉਹ ਅਹੰਕਾਰ ਨਹੀਂ ਕਰਦਾ, ਕਦੇ ਗਰੂਰ ਫਤੂਰ ਦੇ ਵਿੱਚ ਨਹੀਂ ਆਉਂਦਾ। ਤੇ ਜੇ ਉਹ ਸੁੱਖ ਚਲਿਆ ਜਾਵੇ, ਉਹਦੀ ਜਗ੍ਹਾ ਤੇ ਦੁੱਖ ਆ ਜਾਵੇ ਜ਼ਿੰਦਗੀ ਦੇ ਵਿੱਚ, ਤੇ ਉਹ ਮਨੁੱਖ ਕਦੇ ਹਾਏ ਹਾਏ ਨਹੀਂ ਕਰਦਾ, ਕਦੇ ਕਰਲਾਉਂਦਾ ਨਹੀਂ ਹੈ, ਕਦੇ ਆਪਣੇ ਆਪ ਨੂੰ ਦੁੱਖ ਦੀਆਂ ਆਵਾਜ਼ਾਂ ਦੇ ਵਿੱਚ ਨਹੀਂ ਪਾਉਂਦਾ।
ਗੁਰਦੇਵ ਜੀ ਕਹਿਣ ਲੱਗੇ ਗਿਆਨ ਸਮ ਦੁੱਖ ਸੁਖੰ, ਇਹ ਵੀ ਇੱਕ ਜੁਗਤੀ ਹੈ ਜੀਵਨ ਦੀ, ਗੁਰੂ ਤੋਂ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਕਿ ਬੱਚਿਓ ਮਨੁੱਖ ਦਾ ਸੁਭਾਅ ਇਹੋ ਜਿਹਾ ਬਣ ਜਾਵੇ ਕਿ ਜੇ ਉਹਦੇ ਕੋਲ ਮੰਨ ਲਓ ਕਿ ਪੈਸਾ ਆ ਗਿਆ, ਉਹਦੇ ਕੀ ਪ੍ਰਾਪਰਟੀ ਬਹੁਤ ਵੱਧ ਗਈ, ਉਹਦੇ ਕੋਲ ਇੱਕ ਘਰ ਨਹੀਂ ਸੀ, ਹੁਣ 2-4 ਘਰਾਂ ਦਾ ਮਾਲਕ ਬਣ ਗਿਆ, ਇੱਕ ਗੱਡੀ ਨਹੀਂ ਸੀ, ਉਹ 3-4 ਗੱਡੀਆਂ ਦਾ ਮਾਲਕ ਬਣ ਗਿਆ, ਫਿਰ ਉਹਦੇ ਕੋਲ ਅਹੁਦਾ ਰੁਤਬਾ ਵੀ ਆ ਗਿਆ, ਉਹਦੇ ਕੋਲ ਪੈਸੇ ਵੀ ਆ ਗਏ, ਖੁੱਲਾ ਜ਼ਮੀਨ ਜਾਇਦਾਦ, ਖੁੱਲੀ ਪ੍ਰਾਪਰਟੀ, ਖੁੱਲੇ ਸੁੱਖ ਸਾਧਨ ਉਹਦੇ ਕੋਲ ਆ ਗਏ। ਪਰ ਉਹ ਮਨੁੱਖ ਆਪਣੇ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ, ਆਪਣੇ ਮਨ ਵਿੱਚ ਇਵੇਂ ਮਹਿਸੂਸ ਕਰਦਾ ਹੈ ਕਿ ਇਹ ਚਲੇ ਵੀ ਜਾ ਸਕੇ ਸਾਰਾ ਕੁਝ, ਜੇ ਮੇਰੇ ਕੋਲ ਨਾ ਵੀ ਇਹ ਸਾਰਾ ਕੁਝ ਰਵੇ ਤਾਂ ਵੀ ਮੈਂ ਪ੍ਰਮਾਤਮਾ ਦੀ ਦਾਤ ਹੀ ਸਮਝਾਂਗਾ। ਫਿਰ ਉਹਦੀ ਜਗ੍ਹਾ ਤੇ ਜੇ ਥੋੜਾ ਜਾਵੇ, ਦੁੱਖ ਆ ਜਾਵੇ, ਤਾਂ ਇਸ ਨੂੰ ਵੀ ਪ੍ਰਮਾਤਮਾ ਦੀ ਦਾਤ ਹੀ ਸਮਝਾਂਗਾ। ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਾਂ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਰੋਜ਼ਾਨਾ ਹੀ ਹਜ਼ੂਰ ਚੇਤੇ ਕਰਵਾਉਂਦੇ ਨੇ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ। ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿੰਨੀ ਦੁਨੀਆ ਹੈ ਜਿਹੜੀ ਦੁੱਖ ਤੇ ਭੁੱਖ ਦੀ ਮਾਰ ਸਹਿ ਰਹੀ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਨੂੰ ਮੈਂ ਇਹਨੂੰ ਸੰਤਾਪ ਨਹੀਂ ਸਮਝਦਾ, ਇਹਨੂੰ ਦੁੱਖ ਨਹੀਂ, ਇਸ ਨੂੰ ਮੈਂ ਕੋਈ ਹੇ ਵਾਹਿਗੁਰੂ ਜੀ ਆਪਣੇ ਜੀਵਨ ਦੇ ਅੰਦਰ ਆਇਆ ਬੜਾ ਵੱਡਾ ਦੁੱਖ ਨਹੀਂ ਸਮਝ ਰਿਹਾ, ਇਹਨੂੰ ਮੈਂ ਤੇਰੀ ਦਾਤ ਸਮਝ ਰਿਹਾ। ਜੇ ਭਾਵ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਜ਼ਿੰਦਗੀ 'ਚ ਦੁੱਖ ਬਹੁਤ ਜ਼ਿਆਦਾ ਆ ਜਾਣ ਤਾਂ ਮੈਂ ਇਹ ਵੀ ਵਾਹਿਗੁਰੂ ਜੀ ਤੁਹਾਡੀ ਦਾਤ ਹੀ ਸਮਝਾਂਗਾ। ਕੇਤਿਆਂ ਦੁੱਖ ਭੂਖ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ। ਸੋ ਇਹ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਇੱਥੇ ਉਪਦੇਸ਼ ਦਿੱਤਾ ਹੈ। ਕਹਿਣ ਲੱਗੇ ਕਿ ਗਿਆਨ ਸਮ ਦੁੱਖ ਸੁਖੰ, ਕਹਿੰਦੇ ਗਿਆਨ ਤੋਂ ਭਾਵ ਸੋਝੀ ਰੱਖਣੀ ਹਰ ਵੇਲੇ ਕਿ ਜੇ ਅੱਜ ਸੁੱਖ ਹੈ ਇਹਦੀ ਜਗ੍ਹਾ ਤੇ ਕੱਲ ਨੂੰ ਦੁੱਖ ਵੀ ਆ ਸਕਦਾ ਹੈ, ਤੇ ਜੇ ਅੱਜ ਦੁੱਖ ਹੈ ਤੇ ਕੱਲ ਨੂੰ ਇਹਦੀ ਜਗ੍ਹਾ ਤੇ ਸੁੱਖ ਵੀ ਆ ਸਕਦਾ ਹੈ। ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸਾਨੂੰ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭਏ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਹਜ਼ੂਰ ਬੜੇ ਪਿਆਰ ਨਾਲ ਕਹਿੰਦੇ ਨੇ ਉਹ ਮਨੁੱਖ ਨੂੰ ਕੋਈ ਦੁਨੀਆ ਦੀ ਤਾਕਤ ਦੁਖੀ ਨਹੀਂ ਕਰ ਸਕਦੀ ਜਿਹੜਾ ਦੁੱਖ ਨੂੰ ਦੁੱਖ ਹੀ ਨਹੀਂ ਮੰਨਦਾ। ਇੱਕ ਐਸੀ ਅਵਸਥਾ, ਇੱਕ ਸਹਿਜ ਦੀ ਅਵਸਥਾ, ਇੱਕ ਪਿਆਰ ਦੀ ਅਵਸਥਾ ਬੱਚਿਓ ਪ੍ਰਾਪਤ ਹੁੰਦੀ ਹੈ ਗੁਰਬਾਣੀ ਨੂੰ ਪੜ੍ਹਦਿਆਂ ਸਮਝਦਿਆਂ, ਗੁਰਬਾਣੀ ਨਾਲ ਜੁੜਿਆ ਹੋਇਆਂ, ਕਿ ਜਿੱਥੇ ਜਾ ਕੇ ਮਨੁੱਖ ਨੂੰ, ਭਾਵੇਂ ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਾਡਿਆਂ ਬਜ਼ੁਰਗਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ, ਬੰਦ ਕੱਟੇ, ਖੋਪੜੀਆਂ ਲਾਹ ਦਿੱਤੀਆਂ, ਫਿਰ ਜਿਉਂਦਿਆਂ ਦੇਗਾਂ 'ਚ ਉਬਾਲ ਦਿੱਤਾ, ਤੱਤੀਆਂ ਤਵੀਆਂ ਤੇ ਬਿਠਾਇਆ ਗਿਆ, ਮਾਵਾਂ ਦੇ ਬੱਚੇ ਜਿਹੜੇ ਸੀ ਉਹਨਾਂ ਦੇ ਟੁਕੜੇ ਕਰ ਕਰਕੇ ਗਲਾਂ 'ਚ ਪਾ ਦਿੱਤੇ ਗਏ, ਫਿਰ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਛੋਟੇ ਜਿਹੇ ਪੁੱਤਰ ਦਾ ਕਲੇਜਾ ਦਿਲ ਕੱਢ ਕੇ ਉਹਦੇ ਮੂੰਹ 'ਚ ਪਾਇਆ ਗਿਆ। ਪਰ ਉਹ ਕਿਉਂ ਨਹੀਂ ਦੁਖੀ ਹੋਏ ਸਾਡੇ ਬਜ਼ੁਰਗ? ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹਨਾਂ ਦੇ ਕੋਲ ਸ਼ਕਤੀ ਸੀ, ਉਹਨਾਂ ਦੇ ਕੋਲ ਤਾਕਤ ਸੀ। ਕਿਹੜੀ ਤਾਕਤ ਸੀ? ਗੁਰਬਾਣੀ ਦੀ ਤਾਕਤ ਸੀ, ਖੰਡੇ ਬਾਟੇ ਦੀ ਪਹੁਲ ਦੀ ਤਾਕਤ ਸੀ। ਉਹਨਾਂ ਨੇ ਆਪਣੀ ਸੁਰਤ ਰੱਬ ਜੀ ਦੇ ਨਾਲ ਜੋੜੀ ਹੋਈ ਸੀ, ਤੇ ਇਹ ਵਾਲੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ ਸੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚ। ਸੋ ਗੁਰੂ ਸਾਹਿਬ ਇਹ ਸਾਨੂੰ ਪੰਕਤੀ ਦੇ ਵਿੱਚ ਕਹਿ ਰਹੇ ਨੇ, ਗਿਆਨ ਸਮ ਦੁੱਖ ਸੁਖੰ। ਫਿਰ ਅਗਲੀ ਤੁਕ ਦੇ ਵਿੱਚ ਸਾਹਿਬ ਕਹਿੰਦੇ ਨੇ, ਜੁਗਤ ਨਿਰਮਲ ਨਿਰਵੈਰਣੈ ਹੈ। ਸਾਹਿਬ ਕਹਿਣ ਲੱਗੇ ਉਹਦੀ ਫਿਰ ਜਿਹੜੀ ਜੁਗਤੀ ਹੈ ਉਹ ਨਿਰਵੈਰ ਭਾਵਨਾ ਵਿੱਚ ਆ ਜਾਂਦਾ ਹੈ। ਨਿਰਵੈਰ ਭਾਵਨਾ ਕੀ ਹੈ? ਕਿ ਨਿਰਮਲ ਸੁਭਾਅ ਰੱਖਣਾ ਤੇ ਵੈਰ ਵਿਰੋਧ ਤੋਂ, ਵਿਤਕਰੇ ਤੋਂ ਬਚ ਕੇ ਆਪਣੇ ਮਨ ਦੇ ਵਿੱਚ ਸਦਾ ਇਹ ਸੁਭਾਅ ਰੱਖਣਾ ਕਿ ਇੱਥੇ ਕੋਈ ਆਪਣਾ ਨਹੀਂ ਹੈ, ਕੋਈ ਬਗਾਨਾ ਨਹੀਂ ਹੈ। ਜਿਵੇਂ ਬਾਣੀ 'ਚ ਆਪਾਂ ਪੜ੍ਹਦੇ ਹਾਂ, ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਸੋ ਗੁਰਦੇਵ ਨੇ ਫਿਰ ਇਸ ਤੋਂ ਅਗਲੀ ਪੰਕਤੀ ਦੇ ਵਿੱਚ ਸਾਨੂੰ ਫਿਰ ਬਖਸ਼ਿਸ਼ ਕੀਤੀ ਹੈ। ਪਿਆਰੇ ਬੱਚਿਓ, ਹਜ਼ੂਰ ਕਹਿਣ ਲੱਗੇ ਉਹ ਪ੍ਰਮਾਤਮਾ ਨਾਲ ਜੁੜੇ ਹੋਏ ਮਨੁੱਖ ਦੀ, ਪੂਰਨ ਮਨੁੱਖ ਦੀ ਇਸ ਤੋਂ ਅਗਲੀ ਨਿਸ਼ਾਨੀ ਕੀ ਹੈ? ਦਿਆਲ ਸਰਬਤਰ ਜੀਆਂ, ਪੰਚ ਦੋਖ ਵਿਵਰਜਤ ਹੈ। ਸੁਭਾਅ ਸਦਾ ਇਸ ਤਰ੍ਹਾਂ ਦਾ ਬਣਿਆ ਰਹਿੰਦਾ ਏ ਪ੍ਰਮਾਤਮਾ ਨਾਲ ਜੁੜੇ ਹੋਏ ਮਨੁੱਖ ਦਾ ਕਿ ਉਹ ਸਾਰੇ ਜੀ ਜਿਹੜੇ ਪ੍ਰਮਾਤਮਾ ਦੇ ਪੈਦਾ ਕੀਤੀ ਹੋਈ ਕਾਇਨਾਤ ਹੈ, ਸੰਸਾਰ ਹੈ, ਉਹਨੂੰ ਪਿਆਰ ਕਰਦਾ ਹੈ।
ਪਿਆਰ ਕਰਨ ਤੋਂ ਭਾਵ ਹੈ ਹਮਦਰਦੀ ਰੱਖਦਾ ਹੈ। ਮਨ ਦੇ ਵਿੱਚ ਇਹ ਸਦਾ ਯਤਨਸ਼ੀਲ ਰਹਿੰਦਾ ਹੈ, ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਮੇਰੇ ਕੋਲ ਹੋਵੇ ਵੱਧ ਤੋਂ ਵੱਧ ਪੈਸਾ, ਹੋਵੇ ਚੀਜ਼ਾਂ ਹੋਣ, ਵਸਤੂਆਂ ਹੋਣ, ਮੈਂ ਲੋੜਵੰਦਾਂ ਦੀ ਮਦਦ ਕਰਾਂ, ਮੈਂ ਕੋਈ ਮੇਰੇ ਸਾਹਮਣੇ ਭੁੱਖਾ ਨਾ ਸਵੇਂ, ਕੋਈ ਬਿਮਾਰੀ ਦੇ ਨਾਲ ਤੜਫਦਾ ਮਰ ਨਾ ਜਾਏ, ਕੋਈ ਇਲਾਜ ਕਰਨ ਤੋਂ ਨਾ ਰਹਿ ਜਾਏ, ਕੋਈ ਬਜ਼ੁਰਗ ਅੱਖਾਂ ਦੀ ਦਵਾਈ ਤੋਂ ਨਾ ਬੈਠਾ ਹੋਵੇ, ਕੋਈ ਹੋ ਸਕਦਾ ਹੈ ਕਿਸੇ ਦੇ ਕੋਲ ਘਰ ਨਾ ਹੋਵੇ, ਉਹ ਨੀਲੀ ਛੱਤ ਦੇ ਥੱਲੇ ਅਸਮਾਨ ਦੇ ਹੇਠ ਹੀ ਰਹਿੰਦਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਉਸ ਬੰਦੇ ਦੇ ਧਿਆਨ ਵਿੱਚ ਆਉਂਦੀਆਂ ਨੇ, ਸਤਿਗੁਰ ਕਹਿਣ ਲੱਗੇ ਜਿਹਦਾ ਮਨ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ, ਜਿਹਦਾ ਜੀਵਨ ਪ੍ਰਮਾਤਮਾ ਦੇ ਨਾਲ ਇੱਕਮਿਕ ਹੋਇਆ ਹੈ। ਤੇ ਉਹ ਕੀ ਉਹਦੀ ਨਿਸ਼ਾਨੀ ਹੈ? ਸਾਹਿਬ ਕਹਿਣ ਲੱਗੇ ਦਇਆਲ ਸਰਬੱਤਰ ਜੀਆਂ। ਉਹ ਇਹ ਨਹੀਂ ਕਿ ਆਪਣੇ ਬੱਚਿਆਂ ਨੂੰ ਹੀ ਪਿਆਰ ਕਰਦਾ ਹੈ। ਬੱਚਿਓ, ਉਹ ਜਿਹੜੇ ਗਵਾਂਢੀਆਂ ਦੇ ਬੱਚੇ ਨੇ, ਮੁਹੱਲੇ ਦੇ ਬੱਚੇ ਨੇ, ਸ਼ਹਿਰ ਦੇ ਬੱਚੇ ਨੇ, ਬਾਕੀ ਸਾਰੇ ਨੇ, ਉਹਨਾਂ ਨੂੰ ਵੀ ਉਨਾ ਹੀ ਬਰਾਬਰ ਪਿਆਰ ਕਰਦਾ ਹੈ। ਸਾਡੇ ਸਮਾਜ ਦੀ ਇੱਕ ਨਿਸ਼ਾਨੀ ਹੈ, ਆਮ ਦੁਨਿਆਵੀ ਸੁਭਾਅ ਹੈ, ਲੋਕਾਂ ਦੀ ਆਦਤ ਹੈ ਕਿ ਆਪਣੇ ਬੱਚੇ ਨੂੰ ਗਲ ਨਾਲ ਲਾਉਂਦੇ ਨੇ ਤੇ ਬਗਾਨਿਆਂ ਦੇ ਬੱਚਿਆਂ ਨੂੰ ਪਟੋਕੀਆਂ ਮਾਰਦੇ ਨੇ। ਆਪਣੇ ਬੱਚਿਆਂ ਨੂੰ ਦੂਜਿਆਂ ਦੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਖੋਹ ਕੇ ਲਿਆ ਕੇ ਖਵਾਇਆ ਜਾਂਦਾ ਹੈ। ਜਿਵੇਂ ਕਈ ਮਨੁੱਖ ਤੁਸੀਂ ਦੇਖੋਗੇ ਉਹ ਭ੍ਰਿਸ਼ਟਾਚਾਰ ਦੇ ਕੇਸ 'ਚ ਆ ਜਾਂਦੇ ਨੇ, ਚੋਰੀ ਠੱਗੀ ਦੇ ਵਿੱਚ ਫੜੇ ਜਾਂਦੇ ਨੇ, ਹਾਲਾਂਕਿ ਵੱਡੇ ਵੱਡੇ ਅਹੁਦਿਆਂ ਰੁਤਬਿਆਂ ਤੇ ਬੈਠੇ ਹੋਏ ਬੰਦੇ ਜਿਹੜੇ ਨੇ, ਡਾਕਟਰ ਤੁਸੀਂ ਦੇਖੋਗੇ ਹਸਪੀਟਲਾਂ ਦੇ ਵਿੱਚ ਕਿੰਨੀ ਪੈਸੇ ਦੀ ਲੁੱਟ ਕਰਦੇ ਨੇ। ਸਾਰਿਆਂ ਦੀ ਗੱਲ ਨਹੀਂ ਆਪਾਂ ਕਰਦੇ, ਵੱਡੇ ਵੱਡੇ ਅਫੀਸਰ ਤੁਸੀਂ ਦੇਖੋਗੇ। ਉਹ ਗੱਲ ਕੀ ਹੈ ਕਿ ਜਦੋਂ ਮਨੁੱਖ ਦਾ ਮਨ ਲੋਭ ਵਿੱਚ ਹੁੰਦਾ ਹੈ, ਲਾਲਚ ਵਿੱਚ ਹੁੰਦਾ ਹੈ, ਤੇ ਮਨੁੱਖ ਮੋਹ ਦੇ ਵਿੱਚ, ਸਭ ਤੋਂ ਪਹਿਲਾਂ ਉਹਦੇ ਅੰਦਰ ਮੋਹ ਪੈਦਾ ਹੁੰਦਾ ਹੈ ਆਪਣੇ ਬੱਚਿਆਂ ਦੇ ਪ੍ਰਤੀ, ਸਿਰਫ ਆਪਣੀ ਔਲਾਦ ਦੇ ਪ੍ਰਤੀ, ਆਪਣੇ ਪਰਿਵਾਰ ਦੇ ਪ੍ਰਤੀ ਜਦੋਂ ਮੋਹ ਪੈਦਾ ਕਰਦਾ ਹੈ ਮਨੁੱਖ, ਤੇ ਮੋਹ ਵਿੱਚ ਆ ਕੇ ਫਿਰ ਮਨੁੱਖ ਕੀ ਕਰਦਾ ਹੈ ਕਿ ਉਹ ਦੂਜੇ ਦਾ ਹੱਕ ਮਾਰਦਾ ਹੈ, ਧੋਖਾ ਦਿੰਦਾ ਹੈ, ਤੇ ਫਿਰ ਪੈਸਾ ਲੁੱਟ ਕੇ ਆਪਣੇ ਪਰਿਵਾਰ ਨੂੰ ਲਿਆ ਕੇ ਦਿੰਦਾ ਹੈ। ਇਹੀ ਗੱਲ ਬਾਬਾ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੇਂ, ਸੁਤ ਦਾਰਾ ਪਹਿ ਆਣ ਲਟਾਵੇਂ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਸੋ ਪਿਆਰੇ ਬੱਚਿਓ, ਇਹ ਗੱਲ ਕਬੀਰ ਸਾਹਿਬ ਨੇ ਵੀ ਸਾਨੂੰ ਕਹੀ ਹੈ। ਜਿਹੜਾ ਮਨੁੱਖ ਮੋਹ ਵਿੱਚ ਹੈ, ਲਾਲਚ ਉਹੀ ਕਰਦਾ ਹੈ, ਚੋਰੀ ਠੱਗੀ ਉਹੀ ਕਰਦਾ ਹੈ, ਧੋਖਾ ਉਹੀ ਦੂਜੇ ਨੂੰ ਦਿੰਦਾ ਹੈ। ਤੇ ਜਿਹੜਾ ਮਨੁੱਖ ਪਿਆਰ ਦੇ ਵਿੱਚ ਹੈ, ਉਹ ਕੀ ਕਰਦਾ ਹੈ? ਉਹ ਸਾਰਿਆਂ ਨੂੰ ਆਪਣੇ ਹੀ ਬੱਚੇ ਸਮਝਦਾ ਹੈ, ਸਾਰਿਆਂ ਨੂੰ ਆਪਣਾ ਹੀ ਪਰਿਵਾਰ ਸਮਝਦਾ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਉਹਦੇ ਮਨ ਵਿੱਚ ਇਹ ਸਦਾ ਗੱਲ ਬੈਠ ਜਾਂਦੀ ਹੈ। ਕਿਸ ਦੇ ਮਨ ਵਿੱਚ? ਜਿਹਦੇ ਸੁਭਾਅ ਵਿੱਚ ਦਇਆਲ ਸਰਬੱਤਰ ਜੀਆਂ, ਸਾਰਿਆਂ ਦੇ ਨਾਲ ਦਇਆ ਦਾ ਸੁਭਾਅ ਰੱਖਦਾ ਹੈ। ਪੰਜ ਦੋਖ ਵਿਵਰਜਿਤ ਹੈ। ਪੰਜ ਦੋਖ ਤੋਂ ਅਰਥ ਕੀ ਹੈ? ਜਿਵੇਂ ਪੰਜ ਵਕਾਰ ਸਾਨੂੰ ਗੁਰੂ ਸਾਹਿਬ ਨੇ ਬਾਣੀ 'ਚ ਦੱਸੇ ਨੇ, ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ, ਪੰਜ ਜਿਹੜੇ ਵਕਾਰ ਸਾਨੂੰ ਗੁਰਦੇਵ ਨੇ ਦੱਸੇ ਨੇ। ਇਹਨਾਂ ਪੰਜਾਂ ਤੋਂ ਮਨੁੱਖ ਬਚ ਕੇ ਰਹਿੰਦਾ। ਇਹਦੇ ਨਾਲ ਈਰਖਾ ਹੋ ਗਈ, ਇਹਦੇ ਨਾਲ ਝੂਠ ਬੋਲਣ ਦੀ ਆਦਤ ਹੋ ਗਈ, ਇਹਦੇ ਨਾਲ ਚੁਗਲੀ ਕਰਨ ਦੀ ਆਦਤ ਹੋ ਗਈ। ਗੁਰੂ ਸਾਹਿਬ ਕਹਿੰਦੇ ਇਹ ਜਿਹੜੇ ਵਕਾਰ ਨੇ, ਇਹਨਾਂ ਤੋਂ ਉਹੀ ਮਨੁੱਖ ਬਚ ਸਕਦਾ ਹੈ ਜਿਹੜਾ ਮਨ ਵਿੱਚ ਵਾਹਿਗੁਰੂ ਜੀ ਨੂੰ ਯਾਦ ਰੱਖਦਾ ਹੈ, ਤੇ ਉਹਦੇ ਮਨ ਦੇ ਵਿੱਚ ਹਮਦਰਦੀ ਪੈਦਾ ਹੁੰਦੀ ਹੈ, ਸਾਰਿਆਂ ਨਾਲ ਉਹ ਬਰਾਬਰ ਪਿਆਰ ਕਰਦਾ ਹੈ, ਤੇ ਫਿਰ ਉਹ ਪੰਜਾਂ ਵਕਾਰਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ। ਇਹ ਸੰਸਾਰ ਕੀ ਹੈ ਪਿਆਰੇ ਬੱਚਿਓ? ਇਹ ਸੰਸਾਰ ਇੱਕ ਵਕਾਰਾਂ ਦਾ ਅਖਾੜਾ ਹੈ। ਇਸ ਸੰਸਾਰ ਵਕਾਰਾਂ ਦੇ ਅਖਾੜੇ ਦੇ ਵਿੱਚ ਜਿਹੜਾ ਵੀ ਜੀਵ ਪੈਦਾ ਹੋਇਆ ਹੈ ਇਸ ਧਰਤੀ ਤੇ, ਪ੍ਰਮਾਤਮਾ ਨੇ ਭੇਜਿਆ ਹੈ, ਉਹ ਹਰ ਮਨੁੱਖ, ਹਰ ਜੀਵ ਇੱਥੇ ਜਿਹੜਾ ਹੈ ਇੱਕ ਮੱਲ ਬਣ ਕੇ ਵਿਚਰ ਰਿਹਾ ਹੈ। ਤੇ ਜਿਸ ਦੀ ਥਾਪੀ, ਜਿਹਦੀ ਪਿੱਠ ਤੇ ਗੁਰੂ ਖਲੋਤਾ ਹੋਵੇ, ਜਿਹਨੂੰ ਪੂਰਾ ਗੁਰੂ, ਸੰਪੂਰਨ ਗੁਰੂ ਪਿੱਛੋਂ ਥਾਪੜਾ ਦੇ ਦਵੇ, ਜਿਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਵੇ, ਬਖਸ਼ਿਸ਼ ਕਰ ਦਵੇ, ਉਹ ਇਸ ਵਕਾਰਾਂ ਦੇ ਅਖਾੜੇ ਦੇ ਵਿੱਚੋਂ ਜਿੱਤ ਜਾਇਆ ਕਰਦਾ ਹੈ। ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ। ਸਾਹਿਬ ਕਹਿੰਦੇ, ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਸੋ ਅਸੀਂ ਗੁਰੂ ਦੀ ਥਾਪੀ ਕਿਹੜੀ ਹੈ? ਜਿਹੜੀ ਸੋਹਣੀ ਦਸਤਾਰ ਸਿਰ ਤੇ ਬੰਨ੍ਹ ਕੇ ਰੱਖਣੀ ਹੈ, ਗੁਰੂ ਦਾ ਬਾਣਾ ਪਾ ਕੇ ਰੱਖਣਾ ਹੈ। ਇਸੇ ਤਰ੍ਹਾਂ ਕੁਸੰਗਤ ਤੋਂ ਬਚ ਕੇ ਰਹਿਣਾ ਹੈ, ਇਹ ਗੁਰੂ ਦੀ ਥਾਪੀ ਹੈ। ਸਤ ਸੰਗਤ ਨਾਲ ਜੁੜੇ ਰਹਿਣਾ ਹੈ, ਬਾਣੀ, ਕੀਰਤਨ, ਕਥਾ,
ਇਹ ਗੁਰਬਾਣੀ ਦਾ ਰਾਹੀਂ ਗੁਰੂ ਦਾ ਜਸ ਇਹਦੇ ਨਾਲ ਜੁੜੇ ਰਹਿਣਾ ਹੈ। ਇਹ ਕੀ ਹੈ, ਗੁਰੂ ਦੀ ਥਾਪੀ ਆਪਣੇ ਆਪੇ ਨੂੰ ਮਹਿਸੂਸ ਕਰਕੇ ਰੱਖਣਾ ਹੈ ਕਿ ਮੇਰੇ ਪਿੱਛੇ ਗੁਰੂ ਹਮੇਸ਼ਾ ਮੇਰੇ ਅੰਗ ਸੰਗ ਹੈ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬਾਣੀ ਦੇ ਵਿੱਚ ਇਹੀ ਗੱਲ ਕਹਿੰਦੇ ਨੇ। ਮਹਾਰਾਜ ਕਹਿੰਦੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੋ ਗੁਰਦੇਵ ਪਾਤਸ਼ਾਹ ਨੇ ਇਸ ਤੋਂ ਅਗਲੀ ਪੰਕਤੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਹੜਾ ਵਿਚਾਰ ਅਧੀਨ ਆਪਾਂ ਸ਼ਬਦ ਆਪਸ ਵਿੱਚ ਸਾਂਝਾ ਕਰ ਰਹੇ ਹਾਂ। ਮਹਾਰਾਜ ਸਾਹਿਬ ਕਹਿੰਦੇ ਨੇ, ਉਪਦੇਸ਼ ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਤੇ। ਜਿਹੜਾ ਮਨੁੱਖ ਰੱਬ ਜੀ ਦੇ ਨਾਲ ਜੁੜਿਆ ਹੈ, ਉਹਦੀ ਅਗਲੀ ਨਿਸ਼ਾਨੀ ਕੀ ਹੈ? ਉਹ ਖੁਰਾਕ, ਇੱਕ ਤਾਂ ਸਾਡੇ ਬੱਚਿਓ ਤਨ ਦੀ ਖੁਰਾਕ ਹੈ, ਉਹ ਕੀ ਹੈ? ਪ੍ਰਸ਼ਾਦਾ ਛਕਦੇ ਹਾਂ ਆਪਾਂ। ਤੇ ਸਾਡੇ ਮਨ ਦੀ ਖੁਰਾਕ ਕੀ ਹੈ? ਆਤਮਿਕ ਖੁਰਾਕ ਕੀ ਹੈ? ਵਾਹਿਗੁਰੂ ਜੀ ਦਾ ਜਸ, ਪਰਮਾਤਮਾ ਦਾ ਗਿਆਨ। ਕਹਿਣ ਲੱਗੇ ਭੋਜਨ ਗੋਪਾਲ ਕੀਰਤਨ। ਉਹ ਕਦੇ ਨਿਤਨੇਮ ਨਹੀਂ ਖਿਜਾਉਂਦਾ ਮਨੁੱਖ, ਸਿਮਰਨ ਤੋਂ ਕਦੇ ਉਹ ਰਹਿ ਨਹੀਂ ਸਕਦਾ, ਅੰਮ੍ਰਿਤ ਵੇਲੇ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹ ਮਨੁੱਖ ਰਿਸ਼ਤੇਦਾਰਾਂ ਦੇ ਵਿੱਚ ਵੀ ਗਿਆ ਹੋਏਗਾ, ਕਿਤੇ ਦੂਰ ਸਫ਼ਰ ਦੇ ਵਿੱਚ ਹੋਏਗਾ, ਉਹ ਇਸੇ ਵੇਲੇ ਦੇਖੇਗਾ ਮੇਰੇ ਨਿਤਨੇਮ ਦਾ ਸਮਾਂ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ। ਸੋ ਇਹ ਉਸ ਮਨੁੱਖ ਦਾ ਸੁਭਾਅ ਹੀ ਬਣਦਾ ਹੈ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਹੈ। ਭੋਜਨ ਗੋਪਾਲ ਕੀਰਤਨ, ਉਹਦੀ ਕੀਰਤੀ, ਰੱਬ ਦੀ, ਪਰਮਾਤਮਾ ਦਾ ਜਸ ਜਿਹੜਾ ਹੈ ਉਹਦੀ ਆਤਮਿਕ ਖੁਰਾਕ ਬਣ ਜਾਂਦਾ ਹੈ। ਅਲਪ ਮਾਇਆ ਜਲ ਕਮਲ ਰਹਤੇ। ਅਲਪ ਦਾ ਅਰਥ ਹੈ ਥੋੜਾ। ਕਹਿਣ ਲੱਗੇ ਮਾਇਆ ਨੂੰ ਆਪਣਾ ਗੁਜਰਾਨ ਸਮਝ ਕੇ ਜਲ ਕਮਲ ਰਹਤੇ। ਜਿਵੇਂ ਇੱਕ ਇੱਥੇ ਸਤਿਗੁਰ ਨੇ ਉਦਾਹਰਨ ਦਿੱਤੀ ਹੈ ਕਿ ਜਿਵੇਂ ਪਾਣੀ ਦਾ ਤਲਾਬ ਹੁੰਦਾ ਹੈ ਤੇ ਉਸ ਦੇ ਉੱਪਰ ਕਮਲ ਦਾ ਇੱਕ ਫੁੱਲ ਖਿੜਿਆ ਹੁੰਦਾ ਹੈ। ਹੁਣ ਥੱਲੇ ਪਾਣੀ ਦੇ ਹੇਠਾਂ ਗਾਰਾ ਵੀ ਹੈ, ਥੱਲੇ ਉਹਦੇ ਕਿੰਨੇ ਜੀਵ ਜੰਤੂ ਡੱਡੂ ਵੀ ਰਹਿੰਦੇ ਨੇ, ਪਰ ਪਾਣੀ ਜਿਹੜਾ ਹੈ ਉਹ ਵੀ ਹੈ। ਪਰ ਕਮਲ ਦਾ ਫੁੱਲ ਜਿਹੜਾ, ਉਹਦੀਆਂ ਪੱਤੀਆਂ ਦੇ ਉੱਪਰ ਪਾਣੀ ਦਾ ਇੱਕ ਵੀ ਬੂੰਦ ਨਹੀਂ ਹੈ, ਕੋਈ ਅਸਰ ਨਹੀਂ ਹੈ ਪਾਣੀ ਦਾ। ਕਿਉਂ ਅਸਰ ਨਹੀਂ ਹੈ? ਕਿਉਂਕਿ ਉਹਨੇ ਆਪਣੇ ਆਪ ਨੂੰ ਨਿਰਲੇਪ ਰੱਖਿਆ ਹੈ। ਉਹ ਸੂਰਜ ਦੀਆਂ ਕਿਰਨਾਂ ਦੇ ਰਾਹੀਂ ਆਪਣੇ ਆਪ ਨੂੰ ਖੇੜੇ ਦੇ ਵਿੱਚ ਰੱਖਦਾ ਹੈ। ਇਸੇ ਤਰ੍ਹਾਂ ਸੰਸਾਰ, ਪਰਿਵਾਰ, ਇਹ ਕਾਰੋਬਾਰ, ਇਹ ਦੁਨੀਆ, ਸਾਰੇ ਦੇ ਵਿੱਚ ਵਿਚਰਦਿਆਂ ਆਇਆ ਜਿਹੜਾ ਰੱਬ ਦਾ ਪਿਆਰਾ ਹੈ, ਜਿਹੜਾ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੈ, ਮਾਲਕ ਦੀ ਬੰਦਗੀ ਕਰਦਾ ਹੈ, ਭਗਤ ਹੈ ਜਿਹੜਾ, ਉਹ ਕੀ ਕਰਦਾ ਹੈ? ਅਲਪ ਮਾਇਆ ਜਲ ਕਮਲ ਰਹਤੇ। ਉਹ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ, ਰਹਿੰਦਾ ਸੰਸਾਰ ਵਿੱਚ ਹੈ ਪਰ ਸੁਰਤ ਕਰਕੇ ਉਹ ਨਿਰੰਕਾਰ ਨਾਲ ਜੁੜਿਆ ਰਹਿੰਦਾ ਹੈ। ਇਹੀ ਇੱਕ ਸਫ਼ਰ ਹੈ ਪਿਆਰੇ ਬੱਚਿਓ, ਕਿ ਸਿੱਖ ਨੇ, ਗੁਰਸਿੱਖ ਨੇ, ਭਗਤ ਨੇ, ਰੱਬ ਦੇ ਪਿਆਰੇ ਨੇ ਰਹਿਣਾ ਸੰਸਾਰ ਵਿੱਚ ਹੈ ਪਰ ਜੁੜੇ ਨਿਰੰਕਾਰ ਦੇ ਨਾਲ ਰਹਿਣਾ ਹੈ। ਸੰਸਾਰ ਤੋਂ ਭੱਜਣਾ ਨਹੀਂ ਹੈ। ਸਾਡੀ ਯਾਤਰਾ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ ਹੈ। ਫਿਰ ਗੁਰਦੇਵ ਅਗਲੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ, ਉਪਦੇਸ਼ੰ ਸਮ ਮਿੱਤਰ ਸਤਰਹਾ। ਕਹਿਣ ਲੱਗੇ ਉਹਦੇ ਜਿਹੜੇ ਬੋਲ ਚਾਲ ਨੇ, ਉਹਦੀਆਂ ਗੱਲਾਂ ਨੇ, ਭਾਵ ਉਹਦੇ ਜਿਹੜੇ ਉਪਦੇਸ਼ ਨੇ, ਜਿਹੜੇ ਬਚਨ ਨੇ, ਉਹ ਦੁਸ਼ਮਣ ਨੂੰ ਤੇ ਮਿੱਤਰ ਨੂੰ ਬਰਾਬਰ ਨੇ। ਉਹ ਇਹ ਨਹੀਂ ਆਖਦਾ ਕਿ ਇਹ ਮੇਰਾ ਆਪਣਾ, ਇਹ ਬਗਾਨਾ ਹੈ, ਇਹਦੇ ਨਾਲ ਮੇਰੀ ਦੁਸ਼ਮਣੀ ਹੈ, ਇਹਦੇ ਨਾਲ ਮੇਰੀ ਮਿੱਤਰਤਾ ਹੀ ਹੈ। ਨਾ, ਉਹ ਸਾਰਿਆਂ ਦੇ ਨਾਲ ਬਰਾਬਰਤਾ ਰੱਖਦਾ ਹੈ। ਉਪਦੇਸ਼ੰ ਸਮ ਮਿੱਤਰ ਸਤਰਹ ਭਗਵੰਤ ਭਗਤ ਭਾਵਨੀ। ਸਾਹਿਬ ਕਹਿਣ ਲੱਗੇ ਪਰਮਾਤਮਾ ਦੀ ਭਗਤੀ, ਪਿਆਰ ਦੇ ਵਿੱਚ ਰਹਿੰਦਾ ਹੈ, ਵਾਹਿਗੁਰੂ ਜੀ ਦੀ ਸਿੱਖਿਆ ਦੇ ਵਿੱਚ ਰਹਿੰਦਾ ਹੈ। ਫਿਰ ਇਸ ਤੋਂ ਅਗਲੀ ਤੁਕ ਦੇ ਵਿੱਚ ਸਾਹਿਬ ਕਹਿਣ ਲੱਗੇ, ਪਰ ਨਿੰਦਾ ਨੇ ਸਰੋਤ ਸਰਵਣੰ। ਉਹਦੀ ਨਿਸ਼ਾਨੀ ਕੀ ਹੁੰਦੀ ਹੈ ਇਸ ਤੋਂ ਅਗਲੀ ਮਨੁੱਖ ਦੀ? ਕਿ ਉਹ ਪਰਾਈ ਨਿੰਦਿਆ, ਭਾਵ ਕਿਸੇ ਦੀ ਬੁਰਾਈ ਨਹੀਂ ਸੁਣਦਾ। ਕਿਸੇ ਮਨੁੱਖ ਦੀ ਜਿਹੜੀ ਚੁਗਲੀ ਹੈ, ਕਿਸੇ ਦੀ ਨਿੰਦਿਆ ਆਪਣੇ ਕੰਨਾਂ ਵਿੱਚ ਨਹੀਂ ਪੈਣ ਦਿੰਦਾ। ਪਰ ਨਿੰਦਾ ਨਹਿ ਸਰੋਤ ਸਰਵਣੰ। ਸਰਵਣੰ ਦਾ ਅਰਥ ਹੈ ਕੰਨ, ਪਰ ਦਾ ਅਰਥ ਹੈ ਬਗਾਨਾ। ਨਿੰਦਾ ਤੋਂ ਭਾਵ ਹੈ ਬੁਰਾਈ। ਕਿਸੇ ਮਨੁੱਖ ਦੀ ਬਖਤੋਈ ਬੁਰਾਈ ਆਪਣੀਆਂ ਕੰਨਾਂ ਵਿੱਚ ਨਹੀਂ ਪੈਣ ਦਿੰਦਾ। ਸਰੋਤ ਤੋਂ ਅਰਥ ਹੈ ਕੰਨ, ਸਰਵਣੰ ਦਾ ਅਰਥ ਹੈ ਸੁਣਨਾ। ਤੇ ਕੀ ਕਰਦਾ ਹੈ? ਸਾਹਿਬ ਕਹਿਣ ਲੱਗੇ, ਆਪ ਤਿਆਗ ਸਗਲ ਰੀਨ ਕਹਿ। ਕਹਿੰਦੇ ਆਪਣੇ ਆਪ ਨੂੰ ਤਿਆਗਦਾ ਹੈ। ਆਪਾ ਭਾਵ ਤਿਆਗਣ ਦਾ ਅਰਥ ਕੋਈ ਕੱਪੜੇ ਨਹੀਂ ਤਿਆਗਣੇ, ਕੋਈ ਪਰਿਵਾਰ ਨਹੀਂ ਛੱਡ ਦੇਣਾ, ਕੋਈ ਕਾਰੋਬਾਰ ਨਹੀਂ ਛੱਡ ਦੇਣਾ। ਇਹ ਨਹੀਂ ਕਿ ਕੋਈ ਆਪਾਂ ਜਿਹੜੀ ਚੀਜ਼ ਹੈ ਉਹਦਾ ਤਿਆਗ ਕਰਨਾ ਹੈ। ਜਿਵੇਂ ਕੋਈ ਕਹਿ ਦਿੰਦਾ ਮੈਂ ਮਾਇਆ ਨੂੰ ਤਿਆਗ ਦਿੱਤਾ, ਮੈਂ ਸੋਨੇ ਨੂੰ ਤਿਆਗ ਦਿੱਤਾ, ਮੈਂ ਨੰਗੇ ਪੈਰੀ ਰਹਿਣਾ, ਮੈਂ ਜੋੜਾ ਤਿਆਗ ਦਿੱਤਾ ਹੈ, ਮੈਂ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਉਂਦਾ। ਕੋਈ ਕਹਿੰਦਾ ਮੈਂ ਨੰਗੇ ਸਰੀਰ ਤੋਂ ਰਹਿਣਾ, ਮੈਂ ਬਸਤਰ ਨਹੀਂ ਪਾਉਂਦਾ, ਮੈਂ ਤਿਆਗ ਦਿੱਤੇ ਨੇ। ਨਾ, ਗੁਰੂ ਸਾਹਿਬ ਕਹਿੰਦੇ ਕੁਛ ਨਹੀਂ ਤਿਆਗਣਾ ਭਾਈ। ਗੁਰਦੇਵ ਕਹਿਣ ਲੱਗੇ
ਸਾਰਾ ਕੁਝ ਜੋ ਕੁਝ ਦਿੱਤਾ ਰੱਬ ਦੀ ਦਾਤ, ਇਹਨੂੰ ਪਹਿਨਣਾ ਵਰਤਣਾ ਹੈ, ਪਰ ਕਰਨਾ ਕੀ ਹੈ? ਆਪਾ ਭਾਵ ਤਿਆਗਣਾ ਹੈ। ਅਹੰਕਾਰ ਜਿਹੜਾ ਮਨ ਦੇ ਵਿੱਚ ਹਉਮੈ ਹੈ, ਜਿਹੜੀ ਆਪਣੱਤ ਹੈ, ਆਪਾ ਭਾਵ ਤੋਂ ਕੀ ਅਰਥ ਹੈ? ਆਪਣੱਤ, ਜਿਹੜਾ ਅਹੰਕਾਰ ਹਉਮੈ ਹੈ, ਜਿਹੜਾ ਹਰ ਥਾਂ ਤੇ ਹਉ ਜਤਾਉਣਾ ਹੈ, ਉਸ ਨੂੰ ਤਿਆਗ ਦੇਣਾ ਹੈ, ਛੱਡ ਦੇਣਾ ਹੈ। ਇੱਕ ਬਿਰਤੀ ਹੈ ਜਿਸ ਨੂੰ ਸਾਹਿਬ ਕਹਿ ਰਹੇ ਨੇ ਮਨ ਦੇ ਵਿੱਚੋਂ ਲਾਹ ਦੇਣਾ ਹੈ। ਤੇ ਕੀ ਕਰਨਾ ਹੈ? ਆਪ ਤਿਆਗ ਸਗਲ ਰੇਣ ਕਹਿ। ਸਗਲ ਰੇਣ ਕਹਿ ਦਾ ਅਰਥ ਹੈ ਕਿ ਸਾਰਿਆਂ ਦੇ ਨਾਲ ਬਰਾਬਰ, ਸਭ ਦੇ ਨਾਲ ਮਿਲ ਕੇ ਚੱਲਣਾ ਹੈ। ਚਰਨ ਧੂੜ ਦਾ ਅਰਥ ਵੀ ਹੈ, ਰੇਣਕੇ ਦਾ ਅਰਥ ਹੈ ਚਰਨ ਧੂੜ, ਤੇ ਚਰਨ ਧੂੜ ਦਾ ਅਰਥ ਕੀ ਹੈ? ਕਿ ਮਿਲਾਪ ਦੇ ਵਿੱਚ ਰਹਿਣਾ, ਨਿਮਰਤਾ ਦੇ ਨਾਲ, ਪਿਆਰ ਦੇ ਨਾਲ, ਤੇ ਸਾਰਿਆਂ ਦੇ ਨਾਲ ਹਮਦਰਦੀ ਦੇ ਨਾਲ ਵਿਚਰਨਾ, ਇਹ ਰੱਬ ਦੇ ਪਿਆਰੇ ਦੀ ਨਿਸ਼ਾਨੀ ਹੈ। ਸੋ ਸਾਹਿਬ ਇਸ ਤੋਂ ਅਗਲੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ, ਕਹਿਣ ਲੱਗੇ, ਖਟ ਲਖਣ ਪੂਰਨ ਪੁਰਖ ਹੈ। ਖਟ ਲਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਕਹਿੰਦੇ 6 ਲੱਛਣ ਨੇ ਪੂਰਨ ਮਨੁੱਖ ਦੇ। ਇਹ 6 ਲੱਛਣ ਨੇ। ਲਖਣ ਦਾ ਅਰਥ ਹੈ 6, ਕਹਿਣ ਲੱਗੇ ਖਟ ਦਾ ਅਰਥ ਹੈ 6, ਲਖਣ ਦਾ ਅਰਥ ਹੈ ਨਿਸ਼ਾਨੀਆਂ। ਖਟ ਦਾ ਅਰਥ ਕੀ ਹੈ? 6। ਲਖਣ ਦਾ ਅਰਥ ਕੀ ਹੈ ਬੇਟਾ ਜੀ? ਨਿਸ਼ਾਨੀਆਂ। ਕਹਿਣ ਲੱਗੇ ਪੂਰਨ ਪੁਰਖ ਹੈ, ਜਿਹੜਾ ਮਨੁੱਖ ਰੱਬ ਜੀ ਦੇ ਨਾਲ ਜੁੜਿਆ ਹੋਇਆ ਹੈ, ਪਰਮਾਤਮਾ ਦੇ ਨਾਲ ਜਿਹੜਾ ਇੱਕਮਿਕ ਹੋ ਗਿਆ ਹੈ। ਨਾਨਕ ਨਾਮ ਸਾਧ ਸਵਜਨ ਹੈ, ਉਸ ਨੂੰ ਰੱਬ ਦਾ ਪਿਆਰਾ ਆਖਿਆ ਜਾ ਸਕਦਾ ਹੈ, ਉਸ ਨੂੰ ਪ੍ਰਭੂ ਦਾ ਭਗਤ ਕਿਹਾ ਜਾ ਸਕਦਾ ਹੈ, ਉਸ ਨੂੰ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਗੁਰਮੁਖ ਕਿਹਾ ਜਾ ਸਕਦਾ ਹੈ, ਗੁਰਸਿੱਖ ਕਿਹਾ ਜਾ ਸਕਦਾ ਹੈ, ਪੂਰਨ ਮਨੁੱਖ ਕਿਹਾ ਜਾ ਸਕਦਾ ਹੈ, ਜਿਸ ਦੇ ਅੰਦਰ ਇਹ 6 ਨਿਸ਼ਾਨੀਆਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਰਮਾਤਮਾ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਪਰਮਾਤਮਾ ਦੇ ਵਰਗੇ ਗੁਣ, ਜਿਸ ਦੇ ਜੀਵਨ ਦੇ ਵਿੱਚ 6 ਗੁਣ ਹੋਣ, ਜਿਹੜੇ ਆਪਾਂ ਗੁਰਬਾਣੀ ਦੇ ਸ਼ਬਦ ਦੇ ਵਿੱਚੋਂ ਆਪਸ ਵਿੱਚ ਸਾਂਝੇ ਕੀਤੇ ਨੇ। ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰਦੇ ਹਾਂ, ਪੜ੍ਹਦੇ ਹਾਂ, ਤਾਂ ਉੱਥੇ ਵੀ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਸਾਨੂੰ ਇਹੀ ਬਚੋ ਸਰਵਣ ਕਰਵਾਉਂਦੇ ਨੇ। ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਜਦੋਂ ਬ੍ਰਹਮ ਗਿਆਨੀ ਦੀ ਗੱਲ ਕਰਦੇ ਨੇ, ਸਾਧ ਦੀ ਗੱਲ ਕਰਦੇ ਨੇ, ਸੰਤ ਦੀ ਗੱਲ ਕਰਦੇ ਨੇ, ਤੇ ਉਦੋਂ ਸੱਚੇ ਪਾਤਸ਼ਾਹ ਜੀ ਇਹੀ ਸਾਨੂੰ ਬਖਸ਼ਿਸ਼ ਕਰਦੇ ਨੇ। ਮਹਾਰਾਜ ਆਖਦੇ ਨੇ ਕਿ ਉਹੀ ਜੁੜਿਆ ਹੋਇਆ ਮਨੁੱਖ ਹੈ ਜਿਸ ਦੇ ਅੰਦਰ ਗੁਣ ਜੀਵਨ ਦੇ ਵਿੱਚ ਪਰਮਾਤਮਾ ਦੇ ਆ ਜਾਣ। ਗੁਣ ਕੀ ਨੇ? ਗੁਰੂ ਨਾਨਕ ਸਾਹਿਬ ਜੀ ਵੀ ਸਾਨੂੰ ਫਰਮਾਨ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਤੇਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਕਹਿੰਦੇ ਰੱਬ ਜੀ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ ਜਿਹੜਾ ਸਾਨੂੰ ਗੁਣਾਂ ਦੀ ਦਾਤ ਬਖਸ਼ਿਸ਼ ਕਰ ਸਕਦਾ ਹੋਵੇ। ਤੇ ਸੁਖਮਨੀ ਸਾਹਿਬ ਵਿੱਚ ਕੀ ਮਹਾਰਾਜ ਕਹਿੰਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਕੌਣ ਹੈ? ਜਿਹਦੇ ਜੋ ਮਨ ਵਿੱਚ ਹੈ ਉਹੀ ਮੁਖ ਤੇ ਹੈ। ਬਾਬਾ ਫਰੀਦ ਸਾਹਿਬ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਹੀ ਸਾਨੂੰ ਸਰਵਣ ਕਰਵਾਇਆ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਆਪਣੀ ਪਾਵਨ ਸ਼ਬਦ ਦੇ ਵਿੱਚ ਉਹ ਸਾਨੂੰ ਸਾਡੇ ਨਾਲ ਗੱਲ ਸਾਂਝੀ ਕਰਦਿਆਂ ਹੋਇਆਂ ਬਾਬਾ ਫਰੀਦ ਜੀ ਕਹਿੰਦੇ ਨੇ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਰੱਬ ਜੀ ਦੇ ਨਾਲ ਜੁੜਿਆ ਹੋਇਆ ਮਨੁੱਖ ਜਿਹੜਾ ਹੈ, ਉਹਦੇ ਦੀਦਾਰ ਰੱਬ ਵਰਗੇ ਹੁੰਦੇ ਨੇ। ਸੋ ਪਰਮਾਤਮਾ ਨੂੰ ਵੇਖਣਾ ਕੀ ਹੈ? ਪਰਮਾਤਮਾ ਦੇ ਭਗਤ ਨੂੰ ਵੇਖ ਲੈਣਾ, ਪਰਮਾਤਮਾ ਦੇ ਗੁਰਸਿੱਖ ਨੂੰ ਵੇਖ ਲੈਣਾ, ਰੱਬ ਜੀ ਦੇ ਨਾਲ ਜੁੜੇ ਹੋਏ ਗੁਰਮੁਖ ਨੂੰ ਵੇਖ ਲੈਣਾ। ਇੱਕ ਥਾਂ ਤੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਹੋਰ ਬੜਾ ਪਿਆਰਾ ਸ਼ਬਦ ਸਾਡੇ ਨਾਲ ਗੁਰਦੇਵ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿਣ ਲੱਗੇ, ਸੰਤ ਗੋਬਿੰਦ ਕਹਿ ਏਕੇ ਕਾਮ। ਕਹਿਣ ਲੱਗੇ, ਜਿਹੜਾ ਪਰਮਾਤਮਾ ਹੈ ਤੇ ਪਰਮਾਤਮਾ ਦਾ ਭਗਤ ਹੈ ਨਾ, ਉਹਦੀ ਪਛਾਣ ਕਿਵੇਂ ਹੁੰਦੀ ਹੈ? ਕਹਿਣ ਲੱਗੇ, ਜਿਸ ਤਰ੍ਹਾਂ ਦੇ ਕੰਮ ਪਰਮਾਤਮਾ ਦੇ ਹੈ, ਉਹੋ ਜਿਹੇ ਕੰਮ ਹੀ ਪਰਮਾਤਮਾ ਦੇ ਭਗਤ ਦੇ ਹੋਣਗੇ। ਜਿਸ ਤਰ੍ਹਾਂ ਦੇ ਕੰਮ ਰੱਬ ਜੀ ਕਰਦੇ ਨੇ, ਉਹੋ ਜਿਹੇ ਕੰਮ ਹੀ ਪਰਮਾਤਮਾ ਦਾ ਭਗਤ ਕਰਦਾ ਹੈ, ਉਹ ਗੁਰਮੁਖ ਕਰਦਾ ਹੈ, ਗੁਰਸਿੱਖ ਕਰਦਾ ਹੈ। ਸੋ ਇਹ ਸਾਡੇ ਨਾਲ ਗੁਰੂ ਸਾਹਿਬ ਨੇ ਪਾਵਨ ਸ਼ਬਦ ਸਾਂਝਾ ਕੀਤਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਹ ਸਾਡੇ ਨਾਲ 6 ਨਿਸ਼ਾਨੀਆਂ ਪਰਮਾਤਮਾ ਨਾਲ ਜੁੜੇ ਹੋਏ ਮਨੁੱਖ ਦੀਆਂ ਬੜੀਆਂ ਪਿਆਰੇ ਸ਼ਬਦ ਦੇ ਵਿੱਚ ਸਰਵਣ ਕਰਵਾਈਆਂ ਨੇ ਸਾਨੂੰ। ਸੋ ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਇਸ ਗੁਰਬਾਣੀ ਦੇ ਸ਼ਬਦ ਦੀ ਆਪਸ ਵਿੱਚ ਸਾਂਝ ਪਾਈ ਹੈ ਜੀ। ਸੋ ਇਹ ਵਿਚਾਰ ਇੱਥੇ ਸੰਪੂਰਨ ਹੋਈ ਹੈ।
ਕੋਟਾਨ-ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਰਦਾਸ ਕਰਦਾ ਹਾਂ ਮੈਂ ਆਪਣੀ ਤਰਫੋਂ, ਆਪਣੇ ਵੱਲੋਂ, ਕਿ ਆਪਾਂ ਸਾਰੇ ਇਸ ਤਰ੍ਹਾਂ ਇਹ ਜਿਹੜਾ ਲੰਮੇ ਸਮੇਂ ਤੋਂ ਗੁਰਮਤ ਕੈਂਪ ਚੱਲਦਾ ਆ ਰਿਹਾ ਹੈ, ਜਿਸ ਤਰ੍ਹਾਂ ਦੱਸ ਰਹੇ ਸੀ ਭੈਣ ਜੀ ਹੁਣੀ ਕਿ 100 ਤੋਂ ਉੱਪਰ ਜਿਹੜਾ ਹੈ ਇਹ ਸਾਡਾ ਲੜੀਵਾਰ ਇਸ ਦੀਆਂ ਕੈਂਪ ਦੀਆਂ ਹਾਜ਼ਰੀਆਂ ਹੋ ਚੁੱਕੀਆਂ ਨੇ, ਤੇ ਆਪਾਂ ਇਸ ਤਰ੍ਹਾਂ ਇਸ ਨੂੰ ਲਗਾਤਾਰ ਚੱਲਦੇ ਰੱਖਣਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਬੁਲਾਰਿਆਂ ਨੇ ਸਾਂਝ ਪਾਈ ਹੋਵੇਗੀ। ਸੋ ਇੱਕ ਅਸੀਂ ਹੋਰ ਆਪਣੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਰੱਖਣੀ ਹੈ ਕਿ ਸਦਾ ਅਸੀਂ ਜੁੜਨਾ ਗੁਰਬਾਣੀ ਦੇ ਨਾਲ ਹੈ। ਗੁਰਬਾਣੀ ਨਾਲ ਜੁੜਨਾ ਕੀ ਹੈ? ਪਰਮਾਤਮਾ ਦੇ ਨਾਲ ਜੁੜਨਾ ਹੈ, ਕਿਉਂਕਿ ਪਰਮਾਤਮਾ ਨਾਲ ਜੁੜਨ ਤੋਂ ਪਹਿਲਾਂ ਸਾਨੂੰ ਗੁਰੂ ਨਾਲ ਜੁੜਨਾ ਬੜਾ ਜ਼ਰੂਰੀ ਹੈ। ਆਮ ਤੌਰ ਤੇ ਸਾਡੇ ਕੀ ਹੁੰਦਾ ਹੈ, ਮੈਂ ਇਹ ਗੱਲ ਜ਼ਰੂਰੀ ਆਪ ਜੀ ਸਾਰਿਆਂ ਬੱਚਿਆਂ ਨੂੰ ਦੱਸਣੀ ਚਾਹੁੰਦਾ ਹਾਂ ਕਿ ਜੁੜ ਜਾਇਆ ਜਾਂਦਾ ਹੈ ਮਨੁੱਖਾਂ ਦੇ ਨਾਲ, ਜਿਵੇਂ ਬੰਦਿਆਂ ਦੀ ਉਸਤਤ ਦੇ ਨਾਲ ਜੁੜਿਆ ਜਾਂਦਾ ਹੈ, ਕਿਸੇ ਮਨੁੱਖ ਨੂੰ ਵਾਹ ਵਾਹ ਕਹਿ ਲਿਆ ਜਾਂਦਾ ਹੈ ਨਾ। ਗੁਰੂ ਸਾਹਿਬ ਕਹਿੰਦੇ ਵਾਹ ਵਾਹ ਕਰੇ ਸੇਈ ਜਨ ਸੋਹਣੇ ਤਿੰਨ ਕੋ ਪ੍ਰਜਾ ਪੂਜਨ ਆਈ। ਵਾਹ ਵਾਹ ਕਿਹਨੂੰ ਕਹਿਣਾ ਹੈ? ਪ੍ਰਮਾਤਮਾ ਨੂੰ ਕਹਿਣਾ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਰੱਬ ਦੀ ਵਡਿਆਈ ਵੱਡੀ ਹੈ, ਰੱਬ ਦਾ ਨਾਮ ਵੱਡਾ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਪ੍ਰਮਾਤਮਾ ਆਪ ਵੱਡਾ ਹੈ, ਉਹਦਾ ਨਾਮ ਵੱਡਾ ਹੈ, ਉਹਦਾ ਜਸ ਵੱਡਾ ਹੈ। ਜਦੋਂ ਅਸੀਂ ਪ੍ਰਮਾਤਮਾ ਦੇ ਨਾਂ ਨਾਲ, ਉਹਦੀ ਬਾਣੀ ਨਾਲ, ਉਹਦੇ ਗੁਣਾਂ ਨਾਲ ਜੁੜਦੇ ਹਾਂ ਤੇ ਅਸੀਂ ਆਟੋਮੈਟਿਕ ਆਪਣੇ ਆਪ ਹੀ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਹਾਂ। ਅੱਜ ਦੇ ਸ਼ਬਦ ਦੀ ਵੀ ਇਹੀ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਸੋ ਹੁੰਦਾ ਕੀ ਹੈ ਕਿ ਬਹੁਤਾਤ ਦੇ ਵਿੱਚ ਬੰਦਿਆਂ ਦੇ ਨਾਲ ਜੁੜਿਆ ਜਾਂਦਾ ਹੈ, ਬੁਲਾਰੇ ਹੋਣ, ਵੱਖ-ਵੱਖ ਤਰ੍ਹਾਂ ਦੇ ਕਿਸੇ ਵੀ ਕੈਟਾਗਰੀ ਦੇ ਵਿੱਚ ਮਨੁੱਖ ਹੋਣ, ਉਹਨਾਂ ਦੇ ਨਾਲ ਨਹੀਂ। ਗੁਰੂ ਸਾਹਿਬ ਨੇ ਕਿਹਾ ਬਾਣੀ ਦੇ ਨਾਲ ਜੁੜਨਾ ਹੈ। ਬਾਣੀ ਨਾਲ ਜੁੜਨਾ ਕੀ ਹੈ? ਪਰਮਾਤਮਾ ਦੇ ਨਾਲ ਆਪਾਂ ਜੁੜਨਾ ਹੈ। ਸੋ ਗੁਰੂ ਸਾਹਿਬ ਜੀ ਦੀ ਇਹ ਬਖਸ਼ਿਸ਼ ਕੀਤੀ ਹੋਈ ਸ਼ਬਦ ਦੀ ਵਿਚਾਰ ਆਪ ਜੀ ਨੇ ਪ੍ਰਵਾਨ ਕਰਨੀ। ਮੈਂ ਇੱਕ ਵਾਰ ਆਪਣੇ ਵੱਲੋਂ ਫਤਿਹ ਦੀ ਸਾਂਝ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਿਲਵਾਗ ਸਿੰਘ ਜੀ ਬਲੇਰ, ਜਿਨ੍ਹਾਂ ਨੇ ਬੜੇ ਸੰਖੇਪ ਦੇ ਵਿੱਚ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਵਿਚਾਰ ਸਾਂਝ ਕੀਤੀ ਹੈ ਜੀ, ਸ਼ਬਦ ਦੀ ਵਿਚਾਰ ਕੀਤੀ ਹੈ। ਨੇ ਅਸਲ ਵਿੱਚ ਦਿਲੋਂ ਜਿਹੜਾ ਪਿਆਰ ਹੈ ਗੁਰੂ ਦੇ ਨਾਲ, ਉਹ ਆਪਣੇ ਆਪ ਹੀ ਸਾਡੇ ਵਿੱਚ ਗੁਣ ਹੈ ਜਿਹੜੇ ਆ ਜਾਂਦੇ ਆ ਜਦੋਂ ਅਸੀਂ ਦਿਲੋਂ ਮੁਹੱਬਤ ਕਰਦੇ ਹਾਂ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਸੋ ਸਤਿਗੁਰੂ ਜੀ ਨਾਲ ਦਿਲੋਂ ਪਿਆਰ ਦਾ ਭਾਵ ਹੈ ਵੀ ਜੋ ਗੁਰੂ ਜੀ ਕਹਿੰਦੇ ਹਨ ਅਸੀਂ ਉਸ ਨੂੰ ਇਨ ਬਿਨ ਉਹ ਗੁਰੂ ਦਾ ਹੁਕਮ ਸਮਝ ਕੇ ਆਪਣੇ ਜੀਵਨ ਵਿੱਚ ਅਪਲਾਈ ਕਰੀਏ, ਮੰਨੀਏ। ਸੋ ਬਹੁਤ ਬਹੁਤ ਧੰਨਵਾਦ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ। ਸੋ ਹੁਣ ਬੱਚਿਆਂ ਦੇ ਜੋ ਸਵਾਲ ਹੋਣਗੇ ਤੇ ਵੀਰ ਜੀ ਹਜੇ ਜਾਣਨ ਕਿ ਉਹ ਬੱਚਿਆਂ ਦੇ ਸਵਾਲ ਹੋਣਗੇ ਜਿਹੜੇ ਉਹਨਾਂ ਦੇ ਜਵਾਬ ਦਿੱਤੇ ਜਾਣ ਜੀ। ਆਪਾਂ ਬੱਚੇ ਲਵਾਂਗੇ ਜਿਨ੍ਹਾਂ ਦਾ ਇਹ ਸਵਾਲ ਰਿਲੇਟਡ ਹੋਵੇਗਾ ਜੀ। ਹਾਂਜੀ ਬੇਟਾ ਜੀ। ਅਰਜੀਤ ਕੌਰ ਜੀ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਸਰ ਮੇਰੇ ਦੋ ਕੁਐਸਚਨ ਆ। ਸਰ ਪਹਿਲਾ ਕੁਐਸਚਨ ਕੁਸੰਗਤ ਦਾ ਮਤਲਬ ਕੀ ਹੈ? ਗੁਰਸੰਗਤ ਦਾ ਮਤਲਬ ਜੀ? ਸਰ ਕੁਸੰਗਤ। ਕੁਸੰਗਤ, ਕੁਸੰਗਤ ਦਾ ਮਤਲਬ ਹੈ ਬੇਟਾ ਜੀ ਕਿ ਜਿਹੜੇ ਬੁਰੇ ਖਿਆਲ ਨੇ, ਭੈੜੇ ਵਿਚਾਰ ਨੇ। ਕੁਸੰਗਤ ਦਾ ਮਤਲਬ ਕੋਈ ਸ਼ਰੀਰਾਂ ਦੀ ਗੱਲ ਨਹੀਂ ਇੱਥੇ ਕੀਤੀ ਕਿ ਕਿਸੇ ਵਿਸ਼ੇਸ਼ ਸ਼ਰੀਰਾਂ ਦੀ ਗੱਲ ਕੀਤੀ ਹੈ। ਕੁਸੰਗਤ ਤੋਂ ਭਾਵ ਹੈ ਕਿ ਬੁਰੇ ਖਿਆਲ, ਭੈੜੇ ਖਿਆਲ। ਹੁਣ ਜਿਵੇਂ ਆਪਾਂ ਵੇਖਦੇ ਹਾਂ ਕਈਆਂ ਨੂੰ ਜਿਹੜਾ ਹੈ ਉਹ ਮਾੜੇ ਪ੍ਰੋਗਰਾਮ ਮੋਬਾਈਲ ਤੋਂ, ਟੀਵੀ ਤੋਂ, ਕੰਪਿਊਟਰ ਤੋਂ ਵੇਖਣ ਦਾ ਬੜਾ ਸੁਭਾਅ ਹੁੰਦਾ ਹੈ, ਆਦਤ ਹੁੰਦੀ ਹੈ। ਉਹ ਕੀ ਕਰ ਰਹੇ ਨੇ? ਕੁਸੰਗਤ ਕਰ ਰਹੇ ਨੇ। ਮਾੜੇ ਗਾਣੇ ਸੁਣਨ ਦਾ ਬੜਾ ਸੁਭਾਅ, ਰੁਝਾਨ ਹੁੰਦਾ ਹੈ। ਉਹ ਕੀ ਕਰ ਰਹੇ ਨੇ? ਕੁਸੰਗਤ ਕਰ ਰਹੇ ਨੇ। ਸੋ ਕਈ ਵਾਰ ਮਨੁੱਖ ਕੀ ਕਰਦਾ ਹੈ ਕਿ ਉਹ ਸ਼ਰੀਰਾਂ ਦੀ ਕੁਸੰਗਤ ਨਹੀਂ ਕਰਦਾ, ਉਹ ਸਾਧਨਾ ਦੇ ਰਾਹੀਂ ਵੀ ਕੁਸੰਗਤ ਕਰੀ ਜਾਂਦਾ ਹੈ। ਇਕੱਲਾ ਬੈਠਾ ਹੋਵੇ ਆਪਣੇ ਕਮਰੇ ਦੇ ਵਿੱਚ, ਆਪਣੇ ਆਪ ਦੇ ਵਿੱਚ, ਪਰ ਉਹ ਕੁਸੰਗਤ ਕਰ ਰਿਹਾ ਹੁੰਦਾ ਹੈ, ਕੁਝ ਮਾੜਾ ਦੇਖ ਰਿਹਾ ਹੈ, ਮਾੜਾ ਸੁਣ ਰਿਹਾ ਹੈ। ਜਿੱਥੋਂ ਵੀ ਮਾੜੀ ਚੀਜ਼ ਸਾਨੂੰ ਸੁਣਨ ਨੂੰ, ਦੇਖਣ ਨੂੰ ਮਿਲਦੀ ਹੈ, ਪੜ੍ਹਨ ਨੂੰ, ਸਮਝ ਲਓ ਅਸੀਂ ਕੁਸੰਗਤ ਕਰ ਰਹੇ ਹਾਂ। ਸਰ ਮੇਰਾ ਦੂਜਾ ਕੁਐਸਚਨ ਇਹ ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਤੋਂ ਆਪਾਂ ਕਿਵੇਂ ਦੂਰ ਰਹਿ ਸਕਦੇ ਹਾਂ? ਇਸ ਤੋਂ ਦੂਰ ਰਹਿਣ ਵਾਸਤੇ ਬੇਟਾ ਜੀ ਸਿਰਫ ਗੁਰਪ੍ਰਸਾਦ। ਗੁਰਪ੍ਰਸਾਦ ਦਾ ਅਰਥ ਹੈ ਗੁਰੂ ਦੀ ਬਖਸ਼ਿਸ਼, ਕਿਉਂਕਿ ਕੋਈ ਮਨੁੱਖ ਨਹੀਂ ਇਹਦੇ ਤੋਂ ਬਚ ਸਕਦਾ। ਇਹੀ ਗੱਲ ਬਾਬਾ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਕਹੀ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ
ਆਪਣੀ ਬਾਣੀ ਦੇ ਵਿੱਚ ਕਿ 5 ਪਸ਼ੂ, ਪਈਆਂ ਦੇ ਵਿੱਚ ਇੱਕ ਇੱਕ ਰੋਗ ਹੈ, ਪਰ ਮਨੁੱਖ ਜਿਹੜਾ ਉਹਦੇ ਵਿੱਚ 5 ਰੋਗ ਨੇ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਕੋਈ ਮਨੁੱਖ ਮਹਾਨ ਨਹੀਂ ਹੈ, ਵੱਡਾ ਨਹੀਂ ਹੈ। ਅਸੀਂ ਹੰਕਾਰ ਤੋਂ ਆਪ ਨਹੀਂ ਬਚ ਸਕਦੇ, ਕਾਮ ਤੋਂ ਆਪ ਨਹੀਂ ਬਚ ਸਕਦੇ, ਕ੍ਰੋਧ ਤੋਂ ਆਪ ਨਹੀਂ ਬਚ ਸਕਦੇ, ਲੋਭ ਤੋਂ ਮੋਹ ਤੋਂ ਨਹੀਂ ਬਚ ਸਕਦੇ। ਕੋਈ ਚਤੁਰਾਈ ਨਹੀਂ ਹੈ, ਕੋਈ ਸਾਡੇ ਕੋਲ ਸ਼ਕਤੀ ਪਾਵਰ ਨਹੀਂ ਹੈ, ਕੋਈ ਦੌਲਤ ਨਹੀਂ ਹੈ ਜਿਹਦੀ ਵਰਤੋਂ ਕਰਕੇ ਅਸੀਂ ਕੋਈ ਕਿਲਾ ਉਸਾਰ ਲਈਏ, ਕੋਈ ਫੌਜ ਖੜੀ ਕਰ ਲਈਏ ਕਿ ਅਸੀਂ ਵਕਾਰਾਂ ਤੋਂ ਬਚ ਸਕੀਏ। ਵਕਾਰਾਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ, ਬਾਣੀ ਦਾ ਪਾਠ, ਬਾਣੀ ਸਰਵਣ ਕਰਨੀ, ਗੁਰਬਾਣੀ ਦੇ ਅਰਥ ਸਮਝਣੇ ਤੇ ਗੁਰੂ ਅੱਗੇ ਅਰਦਾਸ ਕਰਨੀ, ਗੁਰੂ ਦਾ ਜਸ ਕਰਦੇ ਰਹਿਣਾ, ਮਨ ਦੇ ਵਿੱਚ ਅਰਦਾਸ ਕਰਨੀ, ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਕੇ ਰੱਖਣਾ ਹਰ ਵੇਲੇ। ਇਸ ਤਰ੍ਹਾਂ ਆਪਾਂ ਵਕਾਰਾਂ ਤੋਂ ਬਚ ਸਕਦੇ ਹਾਂ। ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ। ਬੇਟੀ ਨੇ ਜਿਵੇਂ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਤੋਂ ਬਚਣ ਦੇ ਲਈ ਕਿਹਾ, ਤੇ ਬੇਟਾ ਜਦੋਂ ਅਸੀਂ ਸਹਿਜ ਪਾਠ ਕਰਦੇ ਹਾਂ ਨਾ, ਤਾਂ ਉਦੋਂ ਇੱਕ ਬਾਣੀ ਦੀ ਪੰਕਤੀ, ਜਿਵੇਂ ਵੀਰ ਜੀਆਂ ਨੇ ਦੱਸਿਆ ਵੀ ਬਾਣੀ ਤੇ ਅਰਦਾਸ, ਉਸ ਸਮੇਂ ਇੱਕ ਪੰਕਤੀ ਆਉਂਦੀ ਹੈ, ਪੰਜ ਵਿਖਾਦੀ ਏਕ ਗਰੀਬਾ ਰਾਖੂ ਰਾਖਣ ਹਾਰੇ, ਕਿ ਇਹ 5 ਨੇ ਤੇ ਮੈਂ ਗਰੀਬ ਜਿਹਾ ਕੱਲਾ, ਮੇਰੀ ਜਿੰਦ ਕੱਲੀ ਹੈ, ਤੇ 5 ਨੇ ਹਮਲਾ ਕਰਨ ਵਾਲੇ, ਕਿਹਨੂੰ ਕਿਹਨੂੰ ਰੋਕੀਏ, ਹਨਾ, ਕਿਤੇ ਕਾਮ, ਕ੍ਰੋਧ, ਲੋਭ ਆ ਜਾਂਦਾ, ਮੋਹ ਆ ਜਾਂਦਾ, ਤੇ ਇਹ ਸਾਰੇ ਵਾਰੀ-ਵਾਰੀ ਹਮਲਾ ਕਰਦੇ ਰਹਿੰਦੇ ਆ। ਤੇ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ, ਬਾਣੀ ਪੜ੍ਹਦੇ ਹਾਂ, ਗੁਰੂ ਦਾ ਸਹਾਰਾ ਆਸਰਾ ਲੈਂਦੇ ਹੋਏ ਅਸੀਂ ਗੁਰੂ ਅੱਗੇ ਅਰਦਾਸ ਕਰਨੀ ਹੈ, ਵਾਹਿਗੁਰੂ ਜੀ ਤੁਸੀਂ ਬਚਾਉਣਾ। ਠੀਕ ਹੈ ਜੀ। ਹਾਂਜੀ, ਅਬ ਪੰਕਤੀ ਆ ਗਈ ਤੁਹਾਡੇ ਸਾਹਮਣੇ। ਪੰਜ ਵਿਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੈ ਅਰ ਬਹੁਤ ਸੰਤਾਵੈ, ਆਇਓ ਸ਼ਰਨ। ਗੁਰੂ ਦੀ ਸ਼ਰਨ ਵਿੱਚ ਆਉਣਾ, ਭਾਵ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਗ੍ਰਹਿਣ ਕਰਨੀ, ਸ਼ਰਨ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਇਹਨਾਂ ਦੇ ਨਾਲ ਤੋਂ ਜਿੱਤਿਆ ਜਾਂਦਾ। ਜਿਵੇਂ ਪਹਿਲਾਂ ਭਾਈ ਸਾਹਿਬ ਨੇ ਉਹ 5 ਉਹਨਾਂ ਦੀ ਗੱਲ ਕੀਤੀ ਸੀ ਕਿ 5 ਜਿਹੜੇ ਮੁਨਹੱਥੇ ਮੱਲ ਹੈ ਨਾ, ਉਹਨਾਂ ਨੂੰ ਜਿੱਤਣਾ, ਤੇ ਗੁਰੂ ਦੀ ਥਾਪੀ ਜਦੋਂ ਆ ਗਈ ਕੰਡ ਤੇ ਫਿਰ ਜਿੱਤਿਆ ਜਾਂਦਾ ਹੈ। ਸੋ ਬਹੁਤ ਬਹੁਤ ਧੰਨਵਾਦ ਜੀ। ਅਗਲਾ ਬੱਚਾ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਵਾਜ਼ ਆ ਰਹੀ ਹੈ? ਆ ਰਹੀ ਹੈ ਜੀ, ਆ ਰਹੀ ਹੈ। ਮੈਮ ਮੇਰਾ ਕੁਐਸਚਨ ਹੈ ਕਿ ਕਈ ਵਾਰ ਸਾਡਾ ਗੁਰੂ ਤੋਂ ਵਿਸ਼ਵਾਸ ਟੁੱਟ, ਤੇ ਇਸਦੇ ਕੀ ਕਾਰਨ ਹਨ ਕਿ ਸਾਡਾ ਗੁਰੂ ਤੋਂ ਵਿਸ਼ਵਾਸ ਟੁੱਟ ਰਿਹਾ ਹੈ, ਤੇ ਅਸੀਂ ਇਸ ਨੂੰ ਰੋਕ ਕਿੱਦਾਂ ਸਕਦੇ ਹਾਂ? ਮਤਲਬ ਕਿ ਜੋ ਸਾਡਾ ਵਿਸ਼ਵਾਸ ਟੁੱਟ ਰਿਹਾ, ਉਸ ਨੂੰ ਰੋਕ ਕਿੱਦਾਂ ਸਕਦੇ ਹਾਂ ਜੀ? ਗੁਰੂ ਤੋਂ ਵਿਸ਼ਵਾਸ ਬੇਟਾ ਜੀ ਕਦੇ ਨਹੀਂ ਉੱਠਦਾ। ਜਿਹੜੇ ਸੱਚੇ ਗੁਰਸਿੱਖ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦਾ ਸਗੋਂ ਵਿਸ਼ਵਾਸ ਦਿਨੋਂ ਦਿਨ ਪੱਕਾ ਹੁੰਦਾ ਜਾਂਦਾ ਹੈ। ਗੁਰੂ ਤੋਂ ਵਿਸ਼ਵਾਸ ਉਦੋਂ ਟੁੱਟਦਾ ਹੈ ਜਦੋਂ ਸਾਡੇ ਤੇ ਗੁਰੂ ਦੇ ਵਿਚਕਾਰ ਕੋਈ ਤੀਸਰਾ ਆ ਕੇ ਖੜਾ ਹੋ ਜਾਂਦਾ ਹੈ। ਕੋਈ ਮਨੁੱਖ ਆ ਗਿਆ, ਕੋਈ ਵਕਾਰ ਆ ਗਿਆ, ਕਿਸੇ ਵੀ ਚੀਜ਼ ਦੀ ਮਹਾਨਤਾ, ਕਿਸੇ ਬੰਦੇ ਦੀ ਮਹਾਨਤਾ ਜਦੋਂ ਸਾਡੇ ਉੱਪਰ ਪ੍ਰਭਾਵ ਪਾਉਂਦੀ ਹੈ। ਕਰਨਾ ਕੀ ਹੈ? ਅਸੀਂ ਰੋਜ਼-ਰੋਜ਼ ਗੁਰਬਾਣੀ ਪੜ੍ਹਨ ਦਾ, ਸਹਿਜ ਪਾਠ ਕਰਨ ਦਾ, ਗੁਰੂ ਨਾਲ ਜੁੜੇ ਰਹਿਣ ਦਾ ਤਾਂ ਇਹੀ ਲਾਭ ਹੈ ਕਿ ਕਿਸੇ ਦਾ ਪ੍ਰਭਾਵ ਸਾਡੇ ਤੇ ਨਾ ਪਵੇ, ਸਾਡੇ ਤੇ ਸਿਰਫ ਪ੍ਰਭਾਵ ਗੁਰੂ ਦਾ ਰਹੇ। ਪ੍ਰਤੀਤ ਆਈ ਹੀ ਹੈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਪਈ। ਪਦਵੀ ਦਾ ਅਰਥ ਹੈ ਗੁਰੂ ਦੀ ਮਹਾਨਤਾ ਜੀਵਨ ਦੇ ਵਿੱਚ ਉਹਨਾਂ ਦੇ ਬਣੀ ਰਹਿੰਦੀ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਤੇ ਭਰੋਸਾ ਹੁੰਦਾ ਹੈ। ਤੇ ਭਰੋਸਾ ਕਦੋਂ ਬਣਦਾ? ਜਦੋਂ ਸਾਨੂੰ ਵੱਡਾ ਸਿਰਫ ਪ੍ਰਮਾਤਮਾ ਦਿਸਦਾ ਰਹੇ ਹਰ ਵੇਲੇ। ਸੋ ਸਾਨੂੰ ਤਾਂ ਅਰਦਾਸ ਦੇ ਵਿੱਚ ਇਹੀ ਕਿਹਾ ਗਿਆ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਸਲਾਹ ਦਾਨ, ਭਰੋਸਾ ਦਾਨ। ਸਾਨੂੰ ਤਾਂ ਭਰੋਸਾ ਕਰਨ ਦੇ ਵਾਸਤੇ ਗੁਰੂ ਸਾਹਿਬ ਤੇ ਪੂਰਨ ਭਰੋਸਾ ਕਰਨ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਅਰਦਾਸ ਦੇ ਵਿੱਚ ਵੀ ਰੋਜ਼ਾਨਾ ਹੀ ਚੇਤੇ ਕਰਾਇਆ ਹੈ। ਸੋ ਬਣਿਆ ਕਿਵੇਂ ਰਹੇ? ਤੁਹਾਡਾ ਜਿਹੜਾ ਸਵਾਲ ਸੀ ਉਹ ਐਵੇਂ ਬਣਿਆ ਰਹਿ ਸਕਦਾ ਹੈ ਜਿੰਨਾ ਅਸੀਂ ਗੁਰੂ ਦੇ ਨੇੜੇ ਰਹਾਂਗੇ, ਗੁਰੂ ਨਾਲ ਇੱਕਮਿਕ ਹੋਏ ਰਹਾਂਗੇ, ਗੁਰੂ ਦੀ ਮਹਾਨਤਾ ਜੀਵਨ ਦੇ ਵਿੱਚ ਬਣਾ ਕੇ ਰੱਖਾਂਗੇ, ਤਾਂ ਭਰੋਸਾ ਬਣਿਆ ਰਹੇਗਾ। ਵਰਨਾ ਜਿਵੇਂ ਮੈਂ ਪਹਿਲਾਂ ਕਿਹਾ ਹੈ, ਜੇ ਅਸੀਂ ਕਿਸੇ ਤੀਸਰੇ ਨੂੰ ਲਿਆ ਕੇ ਵਿੱਚ ਖੜਿਆ ਕਰਕੇ ਉਹਦਾ ਪ੍ਰਭਾਵ ਜੀਵਨ 'ਚ ਲੈ ਲਿਆ ਤਾਂ ਫਿਰ ਗੁਰੂ ਤੋਂ ਵਿਸ਼ਵਾਸ ਟੁੱਟ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਇਹਦਾ ਮੀਨਿੰਗ ਕੀ ਹੈ? ਪਰ ਨਿੰਦਾ ਨਹਿ ਸਰੋਤ ਸਵਰਨਨ, ਆਪ ਤਿਆਗਨ ਸਗਲ ਰੇਣੁਕ ਹੈ, ਖਟ ਲਖਨ ਪੂਰਨਨ ਪੁਰਖ ਹੈ, ਨਾਨਕ ਨਾਮ ਸਾਧ ਸਵਰਜਨ ਹੈ। ਇਸ ਦੇ ਨਾਲ ਤੁਸੀਂ ਇੱਕ ਹੋਰ ਪੰਕਤੀ ਵੀ ਬੋਲੀ ਸੀ, ਉਹ ਵੀ ਦੱਸ ਦੇਣਾ ਜੀ। ਜੀ
ਚਲੋ ਪਹਿਲਾਂ ਆਪਾਂ ਇਹਨੂੰ ਤੁਸੀਂ ਸਮਝ ਲਓ ਇੱਕ ਵਾਰ ਫੇਰ। ਇਹ ਜਿਹੜਾ ਆਪਾਂ ਸ਼ਬਦ ਅੱਜ ਵਿਚਾਰਿਆ ਸੀ ਵਿਸ਼ੇ ਦੇ ਅਧੀਨ, ਉਹਦਾ ਅਖੀਰਲਾ ਇਹ ਬੰਦ ਹੈ, ਅਖੀਰਲੀ ਤੁਕ ਹੈ, ਪਰ ਨਿੰਦਾ ਨਹਿ ਸਰੋਤ ਸ਼ਰਵਣੰ। ਜਿਹੜੇ ਸਾਡੇ ਕੰਨ ਨੇ ਤੇ ਇਹਦੇ ਵਿੱਚ ਜਿਹੜਾ ਸੁਣਨ ਦਾ ਸਾਡਾ ਸੁਭਾਅ ਹੈ। ਪਰ ਨਿੰਦਾ ਤੋਂ ਅਰਥ ਹੈ ਕਿਸੇ ਮਨੁੱਖ ਦੀ ਬੁਰਾਈ, ਕਿਸੇ ਦੀ ਬਖਤੋਈ, ਕਿਸੇ ਦਾ ਮਾੜਾਪਣ ਐਵੇਂ ਕੋਈ ਸਾਨੂੰ ਸੁਣਾਉਂਦਾ ਹੋਵੇ ਤੇ ਉਹ ਨਹੀਂ ਸੁਣਨਾ ਚਾਹੀਦਾ। ਆਪ ਤਿਆਗ ਸਗਲ ਰੇਣ ਕਹਿ, ਆਪਣੇ ਆਪ ਨੂੰ ਭਾਵ ਆਪਣਤ ਨੂੰ, ਆਪਣੀ ਹਉਮੈ ਨੂੰ ਛੱਡ ਕੇ ਸਾਰਿਆਂ ਨਾਲ ਪਿਆਰ ਕਰਨਾ, ਨਿਮਰਤਾ ਦੇ ਵਿੱਚ ਰਹਿਣਾ। ਚਰਨ ਧੂੜੀ ਤੋਂ ਭਾਵ ਹੀ ਹੈ ਕਿ ਸਾਰਿਆਂ ਨਾਲ ਮੇਲ ਮਿਲਾਪ ਰੱਖਣਾ। ਤੇ ਅਖੀਰ ਤੇ ਸਾਹਿਬ ਕਹਿੰਦੇ ਨੇ ਖਟ ਲਖਣ ਪੂਰਨ ਪੁਰਖ ਹੈ। ਇਹ 6 ਨਿਸ਼ਾਨੀਆਂ ਨੇ ਰੱਬ ਨਾਲ ਜੁੜੇ ਹੋਏ ਮਨੁੱਖ ਦੀਆਂ। ਨਾਨਕ ਨਾਮ ਸਾਧ ਸੁਜਣੈ, ਨਾਨਕ ਇਹ ਪੂਰਨ ਮਨੁੱਖ ਦੀਆਂ ਨਿਸ਼ਾਨੀਆਂ ਨੇ। ਉਸ ਨੂੰ ਪੂਰਨ ਮਨੁੱਖ ਆਖੀਦਾ ਜਿਹਦੇ ਅੰਦਰ ਇਹ 6 ਨਿਸ਼ਾਨੀਆਂ ਹੋਣ। ਹਾਂਜੀ ਪ੍ਰਭਜੋਤ ਕੌਰ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮੇਰਾ ਕਾ ਸਵਾਲ ਖਾਲਸਾ, ਇਹ ਹੈ ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਇਹ ਹੈ ਕਿ ਜੋ ਮਨੁੱਖ ਮਨ ਤੋਂ ਗੁਰੂ ਨਾਲ ਜੁੜਿਆ ਹੋਇਆ ਹੈ, ਅਸੀਂ ਉਸ ਦੀ ਪਹਿਚਾਣ ਕਿਵੇਂ ਕਰ ਸਕਦੇ ਹਾਂ? ਜਿਹੜਾ ਮਨੁੱਖ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਉਸ ਦੀ ਪਛਾਣ ਆਪਾਂ ਉਹਦੇ ਜੀਵਨ ਚ ਹੁੰਦੀ ਹੈ। ਜਿਵੇਂ ਗੁਰਬਾਣੀ ਵਿੱਚ ਆਪਾਂ ਹੁਣੇ ਇੱਕ ਪੰਕਤੀ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਸੰਤ ਗੋਬਿੰਦ ਕਹਿ ਏਕੇ ਕਾਮ। ਜਿਹੜਾ ਪ੍ਰਮਾਤਮਾ ਦਾ ਭਗਤ ਹੈ, ਗੁਰਸਿੱਖ ਹੈ, ਰੱਬ ਨਾਲ ਜੁੜਿਆ ਹੋਇਆ ਹੈ, ਉਹਦੇ ਕੰਮ ਤੇ ਪ੍ਰਮਾਤਮਾ ਦੇ ਕੰਮ ਬਰਾਬਰ ਹੁੰਦੇ ਨੇ। ਹੁਣ ਪ੍ਰਮਾਤਮਾ ਕੀ ਕਰਦਾ ਹੈ ਸਾਡੇ ਨਾਲ? ਸਾਨੂੰ ਰੋਜ਼ ਬਿਨਾਂ ਮੰਗਿਆ ਹੀ ਹਵਾ ਦਿੰਦਾ ਹੈ, ਬਿਨਾਂ ਮੰਗਿਆ ਹੀ ਸਾਨੂੰ ਰਿਜ਼ਕ ਦੇ ਰਿਹਾ ਹੈ, ਸਾਡੇ ਅੰਦਰ ਭੁੱਖ ਪਿਆਸ ਪੈਦਾ ਕਰ ਰਿਹਾ ਹੈ, ਸਾਨੂੰ ਨੀਂਦ ਦੇ ਰਿਹਾ ਹੈ, ਰਾਤ ਦੇ ਰਿਹਾ ਹੈ, ਸਾਨੂੰ ਦਿਨ ਦੇ ਰਿਹਾ ਹੈ, ਸਾਨੂੰ ਪਰਿਵਾਰ ਦਿੱਤਾ ਹੈ, ਸੰਸਾਰ ਦਿੱਤਾ ਹੈ, ਸੋਹਣਾ ਸਰੀਰ ਦਿੱਤਾ ਹੈ। ਸਭ ਤੋਂ ਵੱਡੀ ਦਾਤ ਰੱਬ ਦੀ ਸੋਹਣਾ ਸਰੀਰ ਦਿੱਤਾ ਹੈ, ਸਾਹ ਦਿੱਤੇ ਨੇ, ਕਿੰਨੀਆਂ ਦਾਤਾਂ ਰੱਬ ਦੀਆਂ ਦਿੱਤੀਆਂ ਹੋਈਆਂ ਅਸੀਂ ਵਰਤ ਰਹੇ ਹਾਂ। ਸੋ ਇਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਨਾਲ ਜਿਹੜਾ ਜੁੜਿਆ ਹੋਇਆ ਮਨੁੱਖ ਹੈ, ਉਹਦਾ ਵੀ ਸੁਭਾਅ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਕਿ ਉਹ ਹਰ ਵੇਲੇ ਦੂਸਰੇ ਦੀ ਮਦਦ ਦੇ ਵਿੱਚ ਉਤਾਵਲਾ ਰਹਿੰਦਾ ਹੈ, ਕੋਸ਼ਿਸ਼ ਕਰਦਾ ਰਹਿੰਦਾ ਹੈ। ਜਿਵੇਂ ਉਹਦਾ ਮਨੁੱਖ ਦਾ ਸੁਭਾਅ ਬਣਿਆ ਰਹਿੰਦਾ ਹੈ ਕਿ ਉਹ ਆਪ ਭੁੱਖਾ ਵੀ ਰਹੇਗਾ, ਆਪ ਉਹ ਘੱਟ ਸਹੂਲਤਾਂ ਵਸਤੂਆਂ ਪਦਾਰਥ ਵੀ ਵਰਤੇਗਾ, ਪਰ ਉਹਦੇ ਕੋਲ ਜੋ ਵੀ ਚੀਜ਼ ਆਏਗਾ ਉਹ ਦੂਜਿਆਂ ਦੇ ਵਿੱਚ ਦੇ ਦੇਵੇਗਾ, ਉਹ ਕਦੇ ਲਾਲਚ ਨਹੀਂ ਕਰਦਾ। ਸੋ ਇਹ ਇਸ ਤਰ੍ਹਾਂ ਉਹਦੇ ਜੀਵਨ ਚੋਂ, ਉਹਦੇ ਕਰਮਾਂ ਚੋਂ, ਉਹਦੇ ਸੁਭਾਅ ਚੋਂ, ਉਹਦੇ ਰਹਿਣ ਸਹਿਣ ਚੋਂ ਪਤਾ ਲੱਗਦਾ ਹੈ ਕਿ ਮਨੁੱਖ ਪ੍ਰਮਾਤਮਾ ਨਾਲ ਜੁੜਿਆ ਹੈ। ਤੇ ਜਿਹੜਾ ਜਿਹਦੇ ਕੰਮ ਹੋਰ ਹੋਣ, ਵਿਖਾਵਾ ਹੋਵੇ, ਉਸ ਨੂੰ ਪਖੰਡ ਉਹਦਾ ਆਪਣੇ ਆਪ ਹੀ ਬੇਟਾ ਜੀ ਸਾਹਮਣੇ ਆ ਜਾਂਦਾ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਹਉਮੈ ਉਹ ਬਹੁਤ ਵੱਡਾ ਰੋਗ ਹੈ। ਜਿਵੇਂ ਗੁਰੂ ਸਾਹਿਬ ਵੀ ਕਹਿੰਦੇ ਹਨ, ਹਉਮੈ ਅੰਧੇਰ ਰੋਗ ਹੈ, ਦਾਰੂ ਪੀ ਸਮਾਏ। ਤੇ ਹਉਮੈ ਇੱਕ ਬਹੁਤ ਹੀ ਵੱਡਾ ਰੋਗ ਹੈ। ਵੈਸੇ ਇਹਦਾ ਕੋਈ ਹਕੀਮ, ਕੋਈ ਡਾਕਟਰ ਦਾ ਇਲਾਜ ਤਾਂ ਨਹੀਂ ਲੱਭ ਸਕਿਆ, ਨਾ ਇਹਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਫਿਰ ਵੀ ਇਸ ਦਾ ਇੱਕ ਇਲਾਜ ਹੈ। ਉਹ ਅਗਲੇ ਤੱਕ ਦੱਸਦੇ ਹਨ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਪਰ ਜੇ ਵਾਹਿਗੁਰੂ ਸੁਆਮੀ ਆਪਣੀ ਮਿਹਰ ਕਰ ਦੇਵੇ ਤੇ ਫਿਰ ਬੰਦਾ ਗੁਰੂ ਜੀ ਦੇ ਦੱਸੇ ਉਪਦੇਸ਼ ਅਨੁਸਾਰ ਆਪਣਾ ਜਿਹੜਾ ਕਰਮਾ ਉਹ ਕਮਾਉਂਦਾ ਹੈ। ਇਸ ਲਈ ਆਪਾਂ ਨੂੰ ਹਮੇਸ਼ਾ ਗੁਰਬਾਣੀ ਦਾ ਨਾਮ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਜੋ ਹਉਮੈ ਦਾ ਰੋਗ ਹੈ ਉਹ ਜਾ ਸਕਦੇ ਹਨ, ਤੇ ਹੋਰ ਵੀ ਕਈ ਰੋਗ ਹਨ ਜੋ ਗੁਰੂ ਜੀ ਦੀ ਕਿਰਪਾ ਅਨੁਸਾਰ, ਗੁਰੂ ਚੱਲੇ ਉਪਦੇਸ਼ ਅਨੁਸਾਰ ਜੇ ਅਸੀਂ ਜਿਉਂਦੇ ਹਾਂ ਤਾਂ ਅਸੀਂ ਇਹ ਰੋਗ ਛੱਡ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ बेटा अनम्यूट करो। गुरनूर कौर जी अनम्यूट करो, अपना फोन अनम्यूट करो बेटा। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਜੀ। गुरनूर कौर, हाँ जी, हाँ जी बेटा तुसी बोलो। अनम्यूट करो बेटा। हाँ जी। ਵਾਹਿਗੁਰੂ ਜੀ ਕਾ ਖਾਲਸਾ, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। फिर म्यूट कर लिया, फिर अनम्यूट करो बेटा। ठीक सी आ रही सी आवाज तुहाडी, अनम्यूट करो। बोलो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी की फतेह ਵਾਹਿਗੁਰੂ बोलो। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਮੇਰਾ ਕੁਐਸਚਨ ਇਹ ਹੈ ਕਿ ਅਸੀਂ ਗੁਰੂ ਨਾਲ ਕਿਵੇਂ ਜੁੜ ਸਕਦੇ ਹਾਂ?
ਅਸੀਂ ਗੁਰੂ ਨਾਲ ਗੁਰਬਾਣੀ ਨਾਲ ਜੁੜ ਕੇ ਗੁਰੂ ਨਾਲ ਜੁੜ ਸਕਦੇ ਹਾਂ। ਗੁਰਬਾਣੀ ਗਿਆਨ ਨਾਲ, ਗੁਰੂ ਦੇ ਉਪਦੇਸ਼ਾਂ ਦੇ ਨਾਲ ਜੁੜਨ ਦਾ ਭਾਵ ਹੈ ਜਿਵੇਂ ਗੁਰਬਾਣੀ ਦਾ ਸਹਿਜ ਪਾਠ, ਗੁਰਬਾਣੀ ਦਾ ਕੀਰਤਨ ਸੁਣਨਾ, ਗੁਰਬਾਣੀ ਦਾ ਪਾਠ ਕਰਨਾ ਸੁਣਨਾ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਜਿੰਨੇ ਗੁਰੂ ਸਾਹਿਬ ਦੇ ਕਾਰਜ ਨੇ ਉਹਨਾਂ ਦੇ ਵਿੱਚ ਹਿੱਸਾ ਲੈਣਾ। ਸੋ ਗੁਰੂ ਨਾਲ ਜੁੜਨਾ ਕੀ ਹੈ ਕਿ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਸਤ ਸੰਗੀ ਨੇ ਉਹਨਾਂ ਦੇ ਨਾਲ ਮੇਲ ਮਿਲਾਪ ਰੱਖਣਾ। ਉਹ ਜਿਹੜੇ ਜਿਹੜੇ ਕਾਰਜ ਕਰਦੇ ਨੇ ਗੁਰੂ ਦੀ ਬਖਸ਼ਿਸ਼ ਵਾਲੇ, ਉਹਨਾਂ ਦੇ ਵਿੱਚ ਨਾਲ ਨਾਲ ਰਹਿਣਾ, ਇਹ ਗੁਰੂ ਨਾਲ ਜੁੜਨਾ। ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਮੇਰਾ ਸਵਾਲ ਇਹ ਸੀਗਾ, ਜਿਵੇਂ ਕਈ ਤਾਂ ਰੱਬ ਦਾ ਭਾਣਾ ਮੰਨ ਕੇ ਚੱਲ ਪੈਂਦੇ ਆਪਣੇ ਜੀਵਨ ਦੇ ਵਿੱਚ, ਪਰ ਕਈ ਹੁੰਦੇ ਆ ਜਿਹੜੇ ਵੀ ਰੱਬ ਨਾਲ ਰੋਸ ਕਰਦੇ ਆ ਵੀ ਰੱਬਾ ਤੂੰ ਐਂ ਕਰਤਾ, ਫਿਰ ਰੱਬ ਨੂੰ ਗੁੱਸਾ ਨਹੀਂ ਲੱਗਦਾ? ਨਹੀਂ ਜੀ, ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਜੀ, ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਉਹਨੂੰ ਮਿਲ ਕੇ ਵੱਡਾ ਵੱਡਾ ਕਹੀ ਜਾਣ, ਉਹਨੇ ਵੱਡੇ ਨਹੀਂ ਹੋ ਜਾਣਾ। ਜੇ ਉਹਨੂੰ ਸਾਰੇ ਮਿਲ ਕੇ ਨਿੱਕਾ ਨਿੱਕਾ ਕਹੀ ਜਾਣ, ਉਹਨੇ ਨਿੱਕੇ ਨਹੀਂ ਹੋ ਜਾਣਾ। ਕਿਉਂਕਿ ਪ੍ਰਮਾਤਮਾ ਤਾਂ ਆਪਣੇ ਆਪ ਦੇ ਵਿੱਚ ਸੰਪੂਰਨ ਹੈ, ਪੂਰਾ ਹੈ। ਫਰਕ ਕਿਹਨੂੰ ਪੈਂਦਾ ਹੈ? ਮਨੁੱਖ ਨੂੰ ਫਰਕ ਪੈਂਦਾ ਹੈ, ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਰੋਸ ਗਿਲਾ ਕਰਨਾ ਕੀ ਹੈ? ਰੱਬ ਨਾਲੋਂ ਟੁੱਟੇ ਰਹਿਣਾ। ਤੇ ਰਜਾ ਦੇ ਵਿੱਚ ਰਹਿਣਾ ਕੀ ਹੈ? ਰੱਬ ਨਾਲ ਜੁੜੇ ਰਹਿਣਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮੇਰਾ ਇਹ ਕੁਐਸਚਨ ਸੀ ਕਿ ਜੇ ਕੋਈ ਆਪਣੇ ਨਾਲ ਲੜਦਾ ਤਾਂ ਕੀ ਆਪਾਂ ਨੂੰ ਉਹਨੂੰ ਬੁਲਾਉਣਾ ਚਾਹੀਦਾ ਕਿ ਨਹੀਂ? ਇਹੀ ਤਾਂ ਆਪਾਂ ਹੁਣੇ ਗੱਲ ਬਾਣੀ ਦੇ ਵਿੱਚੋਂ ਸਾਂਝੀ ਕਰਕੇ ਆਏ ਆ ਕਿ ਉਪਦੇਸ਼ ਸਿੰਘ ਸਮ ਮਿੱਤਰ ਸਤਰ ਹੈ, ਵੀ ਜਿਹੜਾ ਰੱਬ ਦਾ ਪਿਆਰਾ ਹੈ ਉਹਦੀਆਂ ਗੱਲਾਂ, ਉਹਦੇ ਬਚਨ, ਉਹਦੀ ਵਿਚਾਰ ਜਿਹੜੀ ਉਹ ਸਾਰਿਆਂ ਨਾਲ ਹੀ ਬਰਾਬਰ ਹੁੰਦੀ ਹੈ। ਉਹ ਇਹ ਨਹੀਂ ਕਹਿੰਦਾ ਕਿ ਇਹ ਮੇਰੇ ਨਾਲ ਲੜਿਆ ਹੈ ਤੇ ਮੇਰੇ ਨਾਲ ਬੋਲਦਾ ਹੈ, ਇਹ ਮੇਰਾ ਦੁਸ਼ਮਣ ਹੈ ਤੇ ਇਹ ਮੇਰਾ ਮਿੱਤਰ ਹੈ। ਗੁਰਸਿੱਖ ਇਸ ਤਰ੍ਹਾਂ ਨਹੀਂ ਕਰਦਾ ਜੀ। ਗੁਰਸਿੱਖ ਸਾਰਿਆਂ ਨਾਲ ਬਰਾਬਰਤਾ ਰੱਖਦਾ ਹੈ, ਪਿਆਰ ਰੱਖਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਮੇਰਾ ਇੱਕ ਕੁਐਸਚਨ ਸੀਗਾ, ਜੋ ਨੇ ਦੁੱਖ ਮੈਂ ਦੁੱਖ ਨਹੀਂ ਮਾਨਣਾ, ਇਸ ਦਾ ਕੀ ਮਤਲਬ ਹੈ ਜੀ ਇਸ ਪੰਕਤੀ ਦਾ? ਜੋ ਨਰ, ਜਿਹੜਾ ਜੋ ਤੋਂ ਅਰਥ ਹੈ ਜਿਹੜਾ, ਨਰ ਤੋਂ ਭਾਵ ਹੈ ਮਨੁੱਖ। ਦੁੱਖ ਮੈਂ ਦੁੱਖ ਨਹੀਂ ਮੰਨੇ, ਜਿਹੜਾ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ ਹੈ। ਮਤਲਬ ਕਿ ਸਰੀਰ ਤੇ ਤੁਸੀਂ ਉਹਨੂੰ ਕੋਈ ਤਸੀਹੇ ਦੇਈ ਜਾਵੇ, ਦੁੱਖ ਦੇਈ ਜਾਵੇ, ਪਰ ਉਹਦਾ ਪ੍ਰਭਾਵ ਦੁੱਖ ਦਾ ਜਿਹੜਾ ਉਹਦੇ ਮਨ ਚੋਂ ਖਤਮ ਕਰ ਦੇਵੇ। ਦੁੱਖ ਮੈਂ ਦੁੱਖ ਨਹੀਂ ਮੰਨਣੇ ਦਾ ਅਰਥ ਹੈ ਕਿ ਦੁੱਖ ਆਵੇਗਾ। ਜਿਵੇਂ ਜਿਹੜੇ ਬਾਣੀ ਪੜ੍ਹਨ ਵਾਲੇ ਨੇ ਉਹਨਾਂ ਨੂੰ ਵੀ, ਉਹ ਵੀ ਹਸਪਤਾਲ 'ਚ ਜਾਂਦੇ ਨੇ, ਉਹਨਾਂ ਨੂੰ ਵੀ ਦੁੱਖ ਆ ਜਾਂਦਾ ਹੈ ਖਾਣ ਪੀਣ ਤੋਂ। ਭੋਗੰ ਤਾਂ ਰੋਗੰ ਗੁਰਬਾਣੀ ਨੇ ਕਿਹਾ ਹੈ। ਪਰ ਹੁੰਦਾ ਕੀ ਹੈ ਬੇਟਾ ਜੀ ਕਿ ਉਹ ਜਿਹੜਾ ਦੁੱਖ ਦਾ ਪ੍ਰਭਾਵ ਹੈ ਉਹ ਅਸਰ ਆਪਣੇ ਮਨ ਦੇ ਵਿੱਚੋਂ ਖਤਮ ਕਰ ਦਿੰਦਾ। ਜਿਵੇਂ ਆਪਾਂ ਰੋਜ਼ ਹੁਕਮਨਾਮਾ ਸਾਹਿਬ ਲੈਣ ਲੱਗੇ ਇੱਕ ਬੜਾ ਪਿਆਰਾ ਸ਼ਬਦ ਪੜ੍ਹਦੇ ਹਾਂ ਕਿ ਸੋ ਕਹੁ ਟਲ ਗੁਰ ਸੇਵੀਐ ਅਹਨਿ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਕਿ ਗੁਰੂ ਦੇ ਦਰਸ਼ਨ ਕਰਨੇ ਕੀ ਹੈ? ਗੁਰੂ ਨਾਲ ਜੁੜੇ ਹੋਏ ਦੀ ਨਿਸ਼ਾਨੀ ਕੀ ਹੈ ਮਨੁੱਖ ਦੀ? ਕਿ ਉਹਦੇ ਮਨ ਦੇ ਵਿੱਚ ਦੁੱਖਾਂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਦੁੱਖ ਆਉਂਦੇ ਜ਼ਰੂਰ ਨੇ ਪਰ ਅਸਰ ਨਹੀਂ ਆਪਣਾ ਵਿਖਾ ਸਕਦੇ, ਕਿਉਂਕਿ ਅਸਰ ਉੱਥੇ ਗੁਰਬਾਣੀ ਦੀ ਸ਼ਕਤੀ ਦਾ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੋ ਸਰ ਬੇਟਾ। ਪਹਿਲਾਂ ਮੈਂ ਸਪਨਾ ਪਾਪਾ ਧੰਨਵਾਦ ਕਰਨਾ ਚਾਹੁੰਦੀ ਹਾਂ, ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਿੱਖਿਆ ਦਿੱਤੀ। ਉੱਚੀ ਬੋਲੋ ਬੇਟਾ, ਆਵਾਜ਼ ਬੇਟਾ ਆਵਾਜ਼ ਸਰ ਆਵਾਜ਼ ਆ ਰਹੀ ਆ? ਹੁਣ ਆਈ ਹੈ। ਹਾਂਜੀ। ਸਰ ਮੇਰਾ ਕੁਐਸਚਨ ਇਹ ਸੀਗਾ ਵੀ ਨਾ ਅਸੀਂ ਗੁੱਸੇ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ? ਜੇ ਸਾਨੂੰ ਪਤਾ ਹੈ ਵੀ ਗੁਰੂ ਸਾਹਿਬ ਨੂੰ ਗੁੱਸਾ ਬਿਲਕੁਲ ਵੀ ਨਹੀਂ ਪਸੰਦ, ਫਿਰ ਵੀ ਅਸੀਂ ਗੁੱਸੇ ਤੇ ਕਿਵੇਂ ਕੰਟਰੋਲ ਕਰ ਸਕਦੇ ਹਾਂ? ਗੁੱਸੇ ਤੇ ਕੰਟਰੋਲ ਕਰਨਾ, ਸਹਿਣਸ਼ੀਲਤਾ ਮਨ ਵਿੱਚ ਰੱਖਣੀ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ। ਜਿਹੜਾ ਕ੍ਰੋਧ ਹੈ, ਗੁੱਸਾ ਹੈ, ਉਹ ਆਉਂਦਾ ਥੋੜੇ ਸਮੇਂ ਵਾਸਤੇ ਹੈ ਪਰ ਸਾਡਾ ਨੁਕਸਾਨ ਬਹੁਤ ਕਰ ਜਾਂਦਾ ਹੈ। ਜਿਵੇਂ ਕਿਹਾ ਜਾਂਦਾ ਹੈ ਨਾ ਕਿ ਡਾਕਟਰ ਕਹਿ ਦਿੰਦੇ ਨੇ ਕੋਈ ਮਨੁੱਖ ਦਾ BP ਵੱਧਦਾ ਘਟਦਾ ਹੈ, ਕੋਈ ਡਿਪਰੈਸ਼ਨ ਦੇ ਵਿੱਚ ਹੈ, ਤਾਂ ਉਹਨੂੰ ਕਿਹਾ ਜਾਂਦਾ ਹੈ ਕਿ ਤੂੰ ਗੁੱਸਾ ਨਾ ਕਰ, ਸ਼ਾਂਤ ਰਿਹਾ ਕਰ। ਸ਼ਾਂਤ ਰਹਿਣ ਤੋਂ ਭਾਵ ਕੀ ਹੈ? ਕਿ ਸਹਿਣਸ਼ੀਲਤਾ ਦੇ ਵਿੱਚ ਰਹਿਣਾ, ਹਲੀਮੀ ਦੇ ਵਿੱਚ ਰਹਿਣਾ।
ਹਮੇਸ਼ਾ ਆਪਣੇ ਆਪ ਨੂੰ ਸਬਰ ਦੇ ਵਿੱਚ ਰੱਖਣਾ, ਹੌਸਲੇ 'ਚ ਰੱਖਣਾ, ਜਿਹਨੂੰ ਸਹਿਜ ਅਵਸਥਾ ਗੁਰਬਾਣੀ 'ਚ ਕਿਹਾ। ਸਹਿਜ ਅਵਸਥਾ, ਹੌਸਲਾ, ਸਹਿਨਸ਼ੀਲਤਾ ਹੀ ਗੁੱਸੇ ਤੇ ਕੰਟਰੋਲ ਕਰ ਸਕਦੇ ਨੇ। ਇਹ ਰੱਖ ਕੇ ਆਪਾਂ ਸਹਿਨਸ਼ੀਲਤਾ ਵਾਲਾ ਸੁਭਾਅ ਤੇ ਸਬਰ ਵਾਲਾ ਸੁਭਾਅ, ਹਲੀਮੀ ਵਾਲਾ ਸੁਭਾਅ ਰੱਖ ਕੇ ਹੀ ਅਸੀਂ ਗੁੱਸੇ ਨੂੰ ਆਪਣੇ ਤੋਂ ਦੂਰ ਕਰ ਸਕਦੇ ਹਾਂ, ਗੁੱਸੇ ਵਾਲੇ ਸੁਭਾਅ ਤੇ ਕੰਟਰੋਲ ਕਰ ਸਕਦੇ, ਵਰਨਾ ਨਹੀਂ। ਬਹੁਤ ਬਹੁਤ ਧੰਨਵਾਦ ਜੀ। ਗੁੱਸੇ ਤੇ ਬੇਟਾ ਹੁਣੇ ਆਪਾਂ ਦੇਖਦੇ ਸੀ ਨਾ, ਗੁੱਸੇ ਵਾਲਾ ਜਿਹੜਾ ਵੀ 5 ਚੋਰ ਹੈ ਹਨਾ, ਉਹਦੇ ਵਿੱਚ ਕ੍ਰੋਧ ਵੀ ਤਾਂ ਆਉਂਦਾ, ਗੁੱਸੇ ਵਿੱਚ ਕ੍ਰੋਧ। ਤੇ ਇਸ ਨੂੰ ਇਹ ਚੋਰ ਹੈ ਨਾ, ਚੋਰ। ਤੇ ਚੋਰ ਜਦੋਂ ਆਉਂਦਾ ਤੇ ਜੇ ਆਪਾਂ ਉਸਨੂੰ ਦੇਖੀਏ, ਕੋਈ ਮਾਲਕ ਦੇਖਦਾ ਹੋਵੇ, ਘਰ ਦੇ ਵਿੱਚ ਆਪਾਂ ਬੈਠੇ ਆ ਨਾ, ਘਰ ਦਾ ਮਾਲਕ ਚੋਰ ਨੂੰ ਦੇਖ ਲਵੇ, ਜੇ ਬਾਹਰ ਹੀ ਕੋਈ ਚੋਰ ਆਉਣ ਲੱਗਿਆ ਹੈ, ਕੰਧ ਟੱਪਣ ਲੱਗਿਆ ਤੇ ਮਾਲਕ ਘਰ ਦਾ ਚੋਰ ਨੂੰ ਵੇਖ ਲਵੇ, ਤੇ ਚੋਰ ਵਾਪਸ ਜਾਊਗਾ ਜਾਂ ਘਰ ਆਊਗਾ? ਕੰਧ ਦੇ ਪਿੱਛੇ ਵਾਪਸ ਜਾਊਗਾ ਨਾ, ਵੀ ਮਾਲਕ ਜਾ ਪਿਆ, ਮੈਂ ਨਹੀਂ ਆਉਣਾਗਾ, ਮੈਨੂੰ ਮਾਲਕ ਮਿਲੂਗਾ, ਹਨਾ। ਇਸੇ ਤਰ੍ਹਾਂ ਅਸੀਂ ਸੁਚੇਤ ਹੋਣਾ ਜਦੋਂ ਗੁੱਸਾ ਹੁੰਦਾ ਨਾ, ਤੇ ਜਦੋਂ ਗੁੱਸੇ ਨੂੰ ਦੇਖ ਲਈਏ, ਪਹਿਲੀ ਗੱਲ ਤਾਂ ਜੇ ਪਤਾ ਲੱਗ ਜਾਵੇ ਸਾਨੂੰ ਵੀ ਹੁਣ ਸਾਨੂੰ ਗੁੱਸਾ ਆਉਂਦਾ, ਤਾਂ ਫਿਰ ਉਹ ਜੇ ਉਸਨੂੰ ਦੇਖ ਲਈਏ, ਦੇਖਣਾ ਕਿਵੇਂ ਆ, ਮੈਨੂੰ ਆਪਣੇ ਆਪ ਨੂੰ ਦੇਖਣਾ ਵੀ ਹੁਣ ਮੈਨੂੰ ਗੁੱਸਾ ਆ ਰਿਹਾ ਹੈ, ਦੇਖ ਲਿਆ, ਫਿਰ ਗੁੱਸਾ ਨਹੀਂ ਆਊਗਾ, ਭੱਜ ਜਾਊਗਾ। ਪਰ ਉਹ ਦੇਖਣ ਦਾ ਸਮਾਂ ਹੀ ਨਹੀਂ ਦਿੰਦਾ। ਐਸਾ ਕ੍ਰੋਧ ਹੈ ਨਾ, ਚੰਡਾਲ ਦਾ ਰੂਪ, ਤਾਂਹੀਓ ਕਹਿੰਦੇ ਚੰਡਾਲ, ਹਨਾ, ਜਿਨੰਤਰ ਕ੍ਰੋਧ ਚੰਡਾਲ ਹੈ। ਉਹ ਚੰਡਾਲ ਗੁੱਸਾ ਇੰਨਾ ਆਉਂਦਾ ਜ਼ੋਰ ਦੀ ਕਿ ਦੇਖਣ ਵੀ ਨਹੀਂ ਦਿੰਦਾ। ਦੇਖਣ ਦਾ ਸਮਾਂ ਮਿਲ ਜਾਵੇ ਤਾਂ ਫਿਰ ਚੋਰ ਜਿਹੜਾ ਭੱਜ ਜਾਂਦਾ ਹੈ। ਸੋ ਹੁਣ ਕੋਸ਼ਿਸ਼ ਕਰਨੀ ਹੈ ਵੀ ਜਦੋਂ ਗੁੱਸਾ ਆਇਆ ਉਸਨੂੰ ਦੇਖਣਾ ਹੈ ਵੀ ਕਿਵੇਂ ਆਉਂਦਾ ਹੈ। ਜਦ ਦੇਖ ਲਿਆ ਨਾਲ ਦੀ ਨਾਲ ਭੱਜ ਜਾਊਗਾ। ਠੀਕ ਹੈ, ਹਾਂਜੀ ਅੱਗੇ ਦੱਸੋ ਜੀ। ਜਿੰਨੀ ਦੇਰ ਤੱਕ ਅਟੈਂਡੈਂਸ ਕਰਦੀ ਹੈ ਬੱਚੇ ਹੋਰ ਲਵਾਂਗੇ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਬੇਟਾ ਆਵਾਜ਼ ਮੇਰਾ 2 ਕੁਐਸਚਨ ਨੇ। ਇੱਕ ਪਹਿਲਾ ਕੁਐਸਚਨ ਹੈ ਵੀ ਗੁਰਦੁਆਰਾ, ਆਵਾਜ਼ ਠੀਕ ਨਹੀਂ ਆ ਰਹੀ। ਮੇਰੇ 2 ਕੁਐਸਚਨ ਨੇ। ਪਹਿਲਾ ਕੁਐਸਚਨ, ਮੇਰੇ 2 ਕੁਐਸਚਨ ਨੇ। ਪਹਿਲਾਂ ਪਾਠ ਕਰਦੇ ਨੇ ਪਰ ਅੰਦਰੋਂ ਗਾਣੇ, ਅੰਦਰੋਂ ਉਹ ਜਾਣ ਕੇ ਕਰਦੇ ਨੇ ਵੀ ਮੈਂ ਪਾਠ ਕਰਦਾ, ਦਿਖਾਵਾ ਕਰਦੇ ਨੇ। ਉਹਨਾਂ ਨੂੰ ਆਪਾਂ ਕਿਵੇਂ ਸਮਝਾ ਸਕਦੇ ਹਾਂ ਵੀ ਐਵੇਂ ਨਾ ਕਰ। ਮੇਰਾ ਤਾਂ ਦੂਜਾ ਕੁਐਸਚਨ ਹੈ ਵੀ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਉਂ ਖੜਾਇਆ ਜਾਂਦਾ? ਮੈਂ ਤੁਹਾਡੀ ਆਵਾਜ਼ ਨਹੀਂ ਸਾਫ਼ ਆਈ ਬੇਟਾ ਜੀ, ਪਤਾ ਨਹੀਂ ਲੱਗਾ ਮੈਨੂੰ। ਥੋੜਾ ਥੋੜਾ ਵਿੱਚੋਂ ਪਤਾ ਲੱਗਾ ਹੈ ਕਿ ਜਿਹੜੇ ਗੁਰਦੁਆਰੇ ਆ ਕੇ ਸ਼ਾਇਦ ਪਾਠ ਕਰਦੇ ਨੇ ਤੇ ਵਿਖਾਵਾ ਵੀ ਕਰਦੇ ਨੇ, ਉਹਨਾਂ ਨੂੰ ਕੀ, ਮੈਨੂੰ ਪਤਾ ਨਹੀਂ ਲੱਗਾ ਕਿ ਕੀ ਕਿਹਾ ਤੁਸੀਂ। ਸ਼ਾਇਦ ਏਦਾਂ ਹੀ ਕਿਹਾ ਬੇਟੀ, ਦਿਖਾਵਾ ਕਰਦੇ ਆ, ਉਹਨਾਂ ਨੂੰ ਕਿਵੇਂ ਸਮਝਾਈਏ? ਕੀ ਕਿਹਾ ਬੇਟਾ ਜੀ? ਕਲੀਅਰ ਨਹੀਂ ਹੋਇਆ ਤੁਹਾਡਾ। ਜੋ ਪਾਠ ਵੀ ਕਰਦੇ ਨੇ ਤੇ ਬਾਹਰ ਪਾਠ ਵੀ ਕਰਦੇ ਆ, ਬਾਹਰ ਦਿਖਾਵਾ। ਦਿਖਾਵਾ ਕਾਹਦਾ ਕਰਦੇ ਆ? ਪਾਠ ਦਾ ਵੀ ਕਰਦੇ ਆ ਕਿ ਮੈਂ ਪਾਠ ਕਰ, ਪਰ ਮੰਨਦੇ ਨਹੀਂ। ਉਹਨਾਂ ਨੂੰ ਤਾਂ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਬੜੇ ਪਿਆਰੇ ਸ਼ਬਦ ਦੇ ਵਿੱਚ ਕਿਹਾ ਹੈ ਕਿ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੀ ਲੂਟੇ। ਉਹਨਾਂ ਦਾ ਕੀਤਾ ਥਾਂ ਪੈਂਦਾ ਹੀ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਜਿਹੜੇ ਕਰਮ ਕਰਦੇ ਨੇ ਧਰਮ ਦੇ, ਪਰ ਦਿਖਾਵਾ ਕਰਦੇ ਨੇ। ਸੋ ਆਪਾਂ ਉਹਨਾਂ ਨੂੰ ਬੇਟਾ ਜੀ ਕੀ ਕਹਿਣਾ ਹੈ? ਉਹਨਾਂ ਨੂੰ ਤਾਂ ਗੁਰੂ ਅਰਜਨ ਸਾਹਿਬ ਖੁਦ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੁਹਾਡਾ ਕੀਤਾ ਕਿਸੇ ਥਾਂ ਨਹੀਂ ਹੈ, ਤੁਸੀਂ ਵਿਖਾਵਾ ਕੀਤਾ ਹੈ। ਪਾਠ ਕਰਨਾ ਕੀ ਹੈ? ਆਪਣੇ ਆਪ ਨੂੰ ਸੁਧਾਰਨਾ, ਆਪਣੇ ਆਪ ਨੂੰ ਸੱਚ ਦੇ ਨੇੜੇ ਕਰਨਾ, ਗੁਰੂ ਨਾਲ ਇੱਕਮਿਕ ਹੋਣ ਦਾ ਯਤਨ ਕਰਦੇ ਰਹਿਣਾ। ਜੇ ਮਨੁੱਖ ਕਿਸੇ ਨੂੰ ਵਿਖਾ ਕੇ ਕਰਦਾ ਹੈ ਤਾਂ ਉਹ ਭਗਤੀ ਨਹੀਂ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ। ਵਾਹਿਗੁਰੂ ਜੀ, ਮੇਰਾ ਕੁਐਸਚਨ ਇਹ ਹੈ ਕਿ ਜਦੋਂ ਆਪਾਂ ਨੇ ਪਰਮਾਤਮਾ ਦਾ ਨਾਮ ਜਪਣਾ ਤੇ ਪਰਮਾਤਮਾ ਦੇ ਨਾਮ ਜਪਣ ਦੀ ਸਹੀ ਵਿਧੀ ਕੀ ਹੈ? ਪਰਮਾਤਮਾ ਦਾ ਨਾਮ ਜਪਣ ਦੀ ਸਹੀ ਵਿਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਦੇ ਵਿੱਚ ਦੱਸੀ ਹੋਈ ਹੈ। ਜਦੋਂ ਆਪਾਂ ਸੋਦਰ ਪੜ੍ਹਦੇ ਹਾਂ ਬੇਟਾ ਜੀ, ਜਪਜੀ ਸਾਹਿਬ ਦੇ ਵਿੱਚ ਵੀ ਹੈ, ਰਹਿਰਾਸ ਸਾਹਿਬ ਦੇ ਵਿੱਚ ਵੀ ਹੈ, ਤੇ ਫਿਰ ਆਸਾ ਰਾਗ ਦੇ ਵਿੱਚ ਵੀ ਹੈ। ਤੇ ਗੁਰੂ ਸਾਹਿਬ ਰੋਜ਼ ਆਪਾਂ ਨੂੰ ਚੇਤੇ ਕਰਵਾਉਂਦੇ ਨੇ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ।
ਉਹ ਸਾਰਾ ਸ਼ਬਦ ਤੁਸੀਂ ਪੜੋ ਤੇ ਉਹਦੇ ਵਿੱਚ ਗੁਰੂ ਸਾਹਿਬ ਸਾਰੀ ਗਿਣਤੀ ਕਰਦੇ ਜਾਂਦੇ ਨੇ। ਵਿਧੀ ਕੀ ਹੈ? ਨਾਮ ਜਪਣ ਦੀ ਵਿਧੀ ਕੀ ਹੈ? ਪ੍ਰਮਾਤਮਾ ਦੀ ਜਿੰਨੀ ਪਦਾਇਸ਼ ਕਿਰਤ ਹੈ, ਉਹਦੀ ਕੁਦਰਤ ਜਿਹੜੀ ਹੈ ਉਹਨੂੰ ਪਿਆਰ ਕਰਨਾ, ਪ੍ਰਮਾਤਮਾ ਦੀ ਹੋਂਦ ਦਾ ਅਹਿਸਾਸ ਕਰਨਾ ਹਰ ਵੇਲੇ। ਜਹ ਜਹ ਪੇਖੂ ਤੈ ਹਜ਼ੂਰ, ਦੂਰ ਕਤੇ ਨਾ ਜਾਈ, ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਏਦਾਂ ਮਾਲਕ ਪ੍ਰਮਾਤਮਾ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਵੇਖਣਾ, ਮਹਿਸੂਸ ਕਰਦੇ ਰਹਿਣਾ। ਉਹਦਾ ਨਾਮ ਜਪਣ ਦੀ ਵਿਧੀ ਹੈ। ਮੁਖ ਤੋਂ ਵੀ ਜਪਣਾ ਹੈ, ਮਨ ਦੇ ਵਿੱਚ ਡਰ ਭਏ ਵੀ ਰੱਖਣਾ ਹੈ, ਪ੍ਰਮਾਤਮਾ ਦਾ ਅਹਿਸਾਸ ਵੀ ਰੱਖਣਾ। ਬਹੁਤ ਬਹੁਤ ਧੰਨਵਾਦ ਜੀ। ਹਰ ਵੇਲੇ ਉਸ ਦੀ ਹੋਂਦ ਨੂੰ ਮਹਿਸੂਸ ਕਰਨਾ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਹਰ ਵੇਲੇ ਉਸ ਦੀ ਹੋਂਦ ਨੂੰ ਮਹਿਸੂਸ ਹੀ ਕਰਦੇ ਰਹਿਣਾ ਵੀ ਵਾਹਿਗੁਰੂ ਜੀ ਮੇਰੇ ਨਾਲ ਹੈ, ਵਾਹਿਗੁਰੂ ਜੀ ਮੇਰੇ ਨਾਲ ਹੈ। ਤੇ ਫਿਰ ਅਸੀਂ, ਇਹ ਸਭ ਤੋਂ ਵਧੀਆ ਤਰੀਕਾ ਹੈ, ਸਭ ਤੋਂ ਵਧੀਆ ਸੌਖਾ ਤਰੀਕਾ ਵੀ ਜਦੋਂ ਅਸੀਂ ਕੁਝ ਵੀ ਕਰਦੇ ਹਾਂ ਤਾਂ ਉਦੋਂ ਅਸੀਂ ਸੋਚੀਏ ਵੀ ਵਾਹਿਗੁਰੂ ਜੀ ਸਾਡੇ ਨਾਲ ਹੈ। ਫਿਰ ਅਸੀਂ ਕੋਈ ਵੀ ਬੁਰਾ ਕੰਮ ਨਹੀਂ ਕਰਾਂਗੇ। ਜੋ ਸਾਡੇ ਕਰਮ ਬੁਰੇ ਨਹੀਂ ਹੋਣਗੇ ਤੇ ਫਿਰ ਸਾਡਾ ਸਾਰੇ ਡਰ ਵੀ ਨਾਲ ਦੀ ਨਾਲ ਖਤਮ ਹੁੰਦੇ ਜਾਣਗੇ। ਇਹੀ ਨਾਮ ਜਪਣ ਦੀ ਸਹੀ ਤਰੀਕਾ ਜਨ ਵੀ ਗੁਰਬਾਣੀ ਵਿੱਚੋਂ ਦੱਸਿਆ। ਸੋ ਸਤਿਗੁਰ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ ਸਾਡੇ ਸਾਰਿਆਂ ਤੇ, ਇਸੇ ਤਰ੍ਹਾਂ ਸਾਨੂੰ ਸੰਗਤ ਸਾਰਿਆਂ ਨੂੰ ਮਿਲਦੀ ਰਹੇ। ਅਖੀਰ ਤੇ ਫਿਰ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਭਾਈ ਦਿਲਬਾਗ ਸਿੰਘ ਬਲੇਡ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਠੰਮੇ ਜਿਹੇ ਦੇ ਨਾਲ, ਬਹੁਤ ਸੌਖੇ ਤਰੀਕੇ ਦੇ ਨਾਲ ਸਾਡੇ ਬੱਚਿਆਂ ਨੂੰ, ਸਾਨੂੰ ਸਾਰਾ ਗੁਰਬਾਣੀ ਦੇ ਵਿੱਚੋਂ ਸਮਝਾਉਣਾ ਕੀਤਾ। ਵਾਹਿਗੁਰੂ ਜੀ ਇਸੇ ਤਰ੍ਹਾਂ ਇਹਨਾਂ ਤੇ ਵੀ ਬਖਸ਼ਿਸ਼ ਬਣਾਈ ਰੱਖਣ। ਫਿਰ ਕਦੇ ਮੌਕਾ ਮਿਲਿਆ ਫਿਰ ਜ਼ਰੂਰ ਦਰਸ਼ਨ ਦੇਣ ਜੀ, ਬੇਨਤੀ ਨੂੰ ਸਵੀਕਾਰ ਕਰਨ। ਸੋ ਲਾਸਟ ਤੇ ਫਿਰ ਸਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਜੇ ਤੁਸੀਂ ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਤੇ ਜਾਂ ਆਪਣੇ ਜਿਹੜੇ ਨਵੇਂ ਬੱਚੇ ਜੁੜ ਰਹੇ ਨੇ, ਜਿਨ੍ਹਾਂ ਦੀ ਇੰਟਰਵਿਊ ਚੱਲ ਰਹੀ ਹੈ, ਭਾਈ ਤਾਰੂ ਸਿੰਘ ਜੀ ਕੰਪੀਟੀਸ਼ਨ ਦੇ ਵਿੱਚੋਂ ਜਿਹੜੇ ਅੱਗੇ ਬੱਚੇ ਆਏ ਨੇ, ਸਟਾਰ ਬੱਚੇ, ਉਹਨਾਂ ਦੀ ਇੰਟਰਵਿਊ ਚੱਲ ਰਹੀ ਹੈ। ਉਹ ਨਵੇਂ ਬੱਚੇ ਜਿਹੜੇ ਹੁਣ ਕੈਂਪ ਦੇਖਣ ਲੱਗੇ ਆ, ਤਾਂ ਉਹ ਆਪਣਾ ਫੀਡਬੈਕ ਹੈ ਜਿਹੜਾ ਤੀਸਰੇ ਨੰਬਰ ਤੇ 78884 91761 ਤੇ ਆਪਣਾ ਫੀਡਬੈਕ ਹੈ ਜਿਹੜਾ ਉਹ ਭੇਜ ਸਕਦੇ ਹੋ। ਤੇ ਸਾਰਿਆਂ ਨੇ ਜਾਪ ਦੀ ਸੇਵਾ, ਕੀਰਤਨ ਦੀ ਸੇਵਾ, ਜਿਹੜੇ ਬੱਚੇ ਰਹਿੰਦੇ ਆ ਬੇਟਾ ਜ਼ਰੂਰ ਲਾਓ, ਤੁਹਾਡੀ ਵਾਰੀ ਆਉਣੀ ਚਾਹੀਦੀ ਆ ਜਾਵੇਗੀ, ਕੋਈ ਗੱਲ ਨਹੀਂ। ਕਈ ਵਾਰੀ ਬੱਚੇ ਕਹਿ ਦਿੰਦੇ ਜੀ ਸਾਡਾ ਮੈਸੇਜ ਕੀਤਾ ਹੋਇਆ ਪਰ ਹਜੇ ਆਈ ਨਹੀਂ, ਕੋਈ ਗੱਲ ਨਹੀਂ, ਤੁਸੀਂ ਸਾਰੇ ਬੱਚਿਆਂ ਦੀ ਵਾਰੀ ਅਸੀਂ ਲਵਾਂਗੇ, ਸਾਰਿਆਂ ਨੇ ਇਸੇ ਤਰ੍ਹਾਂ ਆਉਂਦੇ ਰਹਿਣਾ। ਸੋ ਵਾਹਿਗੁਰੂ ਜੀ ਬਖਸ਼ਿਸ਼ ਆਪਣੇ ਸਾਰਿਆਂ ਤੇ ਹੋਈ ਹੈ, ਇਸ ਨੂੰ ਸੰਭਾਲਣਾ ਹੈ। ਕੀਰਤਨ ਸੇਵਾ, ਜਾਪ ਸੇਵਾ ਜ਼ਰੂਰ ਲੈਣੀ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ